ਸ੍ਰੀ ਬਰਾੜ ਨੂੰ ਜਾ ਕੇ ਪੁੱਛੋ, ਪਟਿਆਲੇ ਦੇ ਵਿੱਚ ਤੁਹਾਡੇ ਸ਼ਹਿਰ ਦੇ ਵਿੱਚ ਨੇ ਜੇਲ੍ਹ ਹੋ ਕੇ ਆਏ ਨੇ। ਸੀਪੀ ਗਿੱਲ ਨੂੰ ਪੁੱਛੋ, ਮੋਗਾ ਦੇ ਵਿੱਚ ਬੈਠੇ ਨੇ, ਐਫਆਈਆਰ ਦਰਜ ਹੋਏ ਸੀ। ਕੀ ਪੁੱਛੋ ਤੁਸੀਂ ਕਰਨ ਔਜਲਾ ਸਾਹਿਬ ਨੂੰ, ਉਹਨਾਂ ਦੇ ਹੀ ਗਾਣਾ ਉਹ ਮੰਚ ਤੇ ਨਹੀਂ ਗਾ ਰਹੇ ਨੇ। ਪੁੱਛੋ ਦਿਲਜੀਤ ਦੋਸਾਂਝ ਸਾਹਿਬ ਨੂੰ, ਪਟਿਆਲਾ ਪੈਗ ਲਾ ਛੱਡਦਾ ਉਹ ਨਹੀਂ ਗਾਇਆ ਮੰਚ ਤੇ। ਤੁਹਾਨੂੰ ਨਹੀਂ ਲੱਗਦਾ ਤੁਸੀਂ ਇਹਨਾਂ ਸਿੰਗਰਸ ਦੇ ਨੱਕ 'ਚ ਦਮ ਕਰਕੇ ਰੱਖਿਆ ਹੋਇਆ ਹੈ? ਇਹਨਾਂ ਨੇ ਪਾਪ ਕੀਤੀ ਹੈ, ਇੱਕ ਨਹੀਂ ਦੋ ਨਹੀਂ ਕਈ ਵਾਰ। ਬਾਦਸ਼ਾਹ ਅਤੇ ਧਨੀ ਸਿੰਘ ਵੱਲੋਂ ਗਾਣੇ ਗਾਏ ਗਏ, ਦਿੱਲੀ ਹਾਈਕੋਰਟ ਨੇ ਕਿਹਾ ਕਿ ਉਹਨਾਂ ਨੂੰ ਕੱਢੋ। ਤੁਸੀਂ ਸਿੱਧੂ ਮੂਸੇਵਾਲੇ ਤੇ ਵੀ ਕਾਰਵਾਈ ਕਰਾਉਣੀ ਚਾਹੁੰਦੇ ਸੀ। ਮੈਂ 2018 ਦੇ ਵਿੱਚ ਉਹਨਾਂ ਦਾ ਘਰ ਤੱਕ ਪਹੁੰਚ ਗਿਆ, ਸਰ ਤੇ ਬੋਰਡ ਰੱਖ ਕੇ ਤੇ ਲਿਖਿਆ ਸੀ ਮੈਂ, ਸਿੱਧੂ ਮੂਸੇਵਾਲਾ ਜੀ ਬਾਬਾ ਨਾਨਕ ਦੀ ਗਾਣਾ ਗੁਣ ਗਾਓ, ਸਾਰੇ ਪਾਪ ਧੁਲ ਜਾਣਗੇ। 2018 ਦੀ ਗੱਲ ਕਰ ਰਿਹਾ ਮੈਂ। ਜੇਕਰ ਪੰਜਾਬੀ ਲੋਕ ਉਸ ਵਕਤ ਮੇਰਾ ਗੱਲ ਮੰਨਦੇ, ਸੁਣਦੇ, ਸਮਝਦੇ, ਸਿੱਧੂ ਮੂਸੇਵਾਲਾ ਹੁਣ ਵੀ ਜਿੰਦਾ ਹੁੰਦੇ। ਮਤਲਬ ਉਹ ਇਦਾਂ ਦੇ ਗਾਣੇ ਗਾਉਂਦੇ ਸੀ ਤਾਂ ਅੱਜ ਜ਼ਿੰਦਾ ਨਹੀਂ। ਇਹ ਬਖਸ਼ਣਯੋਗ ਨਹੀਂ ਮੈਡਮ, ਇਹ ਕਲਾਕਾਰ ਨਹੀਂ ਹੋ ਸਕਦੇ। ਕਲਾ ਦੀ ਕਤਲ ਕਰਨ ਵਾਲੇ ਕਤਲਕਾਰ ਨੇ। ਇੱਥੇ ਤਾਂ ਬਲਾਤਕਾਰ ਬਾਰੇ ਵੀ ਗਾਣਾ ਚਾਹੁੰਦੇ ਨੇ, ਇੱਥੇ ਤਾਂ ਜਾਤੀਵਾਦ ਦੇ ਬਾਰੇ ਵੀ ਗਾਣਾ ਚਾਹੁੰਦੇ ਨੇ, ਸੁਣਨਾ ਚਾਹੁੰਦੇ ਲੋਕ। ਬਹੁਤ ਸਾਰੀਆਂ ਫੀਮੇਲ ਸਿੰਗਰਸ ਨੇ, ਉਹਨਾਂ ਦੇ ਵੀ ਗਾਣੇ ਹੁੰਦੇ ਨੇ, ਮੇਰੇ ਨੈਣਾ ਚੋਪੀ, ਮੈਂ ਬੋਤਲ ਵਰਗੀ, ਗਟ ਗਟ। ਕੱਲੇ ਮੇਲ ਸਿੰਗਰਸ ਨਹੀਂ, ਫੀਮੇਲ ਸਿੰਗਰਸ ਵੀ ਇਦਾਂ ਦੇ ਗਾਣੇ ਬਣਾ ਰਹੀਆਂ ਨੇ। ਔਰਤ ਜੇ ਗਲਤ ਕਦੇ ਕੀਤੀ ਹੈ, ਉਹ ਮਜਬੂਰੀ ਨਾਲ ਹੋਇਆ ਹੋਣਾ, ਗਲਤੀ ਨਾਲ ਹੋਇਆ ਹੋਣਾ। ਜੈਸਮਿਨ ਸੈਂਡਲਸ ਦਾ ਹੁਣੇ ਇੱਕ ਗਾਣਾ ਆਇਆ ਸੀ ਜਿਹਦੇ ਉੱਤੇ ਕਾਫੀ ਵਿਰੋਧ ਵੀ ਹੋਇਆ ਸੀ। ਜੀ ਬਿਲਕੁਲ। ਤੁਸੀਂ ਰਿਕੁਐਸਟ ਕੀਤੀ? ਕਦੇ ਵੀ ਨਹੀਂ। ਗਲਤ ਗਾਣੇ ਨਾ, ਉਹ ਫੀਮੇਲ ਗਾਵੇ ਮੇਲ ਗਾਵੇ, ਦੋਵਾਂ ਵਾਸਤੇ ਗਲਤ ਹੈ। ਫਿਰ ਮੈਂ ਮੰਨਦਾ ਹੈ, ਉਹ ਗਾਣਾ ਖਾਸ ਤੌਰ ਤੇ ਪੰਜਾਬੀ ਵਿੱਚ ਨਹੀਂ ਗਾਉਂਦੀ, ਉਹ ਪੰਜਾਬੀ ਵਿੱਚ ਨਹੀਂ ਗਾਉਂਦੀ। ਮਤਲਬ ਬੱਬੂ ਮਾਨ ਦਾ ਗਾਣਾ ਕਿ ਚੌਥਾ ਪੈਗ ਲਾ ਕੇ ਤੇਰੀ ਬਾਹ ਫੜਨੀ, ਉਹ ਗਲਤ ਹੈ। ਤੇ ਜੇ ਕੋਈ ਫੀਮੇਲ ਸਿੰਗਰ ਕਹਿੰਦੀ ਹੈ ਮੈਂ ਬੋਤਲ ਵਰਗੀ ਗਟ ਗਟ ਕਰਕੇ ਪੀ, ਤੇ ਉਹ ਸਹੀ ਹੈ। ਅੱਜ ਵੀ ਸਿੰਗਰਸ ਦੇ ਫੋਨ ਆਉਂਦੇ ਹੋਣਗੇ ਜਦੋਂ ਤੁਸੀਂ ਕੋਈ ਪਟੀਸ਼ਨ ਪਾਉਂਦੇ ਹੋਵੋਗੇ ਉਹਨਾਂ ਨੂੰ, ਜਦ ਵੀ ਉਹ ਨਸ਼ਾ ਮਤਲਬ ਦਾਰੂ ਚੜ ਜਾਂਦਾ ਹੈ, ਉਹ ਮੈਨੂੰ ਫੋਨ ਕਰਕੇ ਗਾਲਾਂ ਕੱਢਦੇ। ਸਤਿ ਸ਼੍ਰੀ ਅਕਾਲ, ਮੈਂ ਤੁਹਾਡੇ ਨਾਲ ਸਿਮਰਨਜੀਤ ਕੌਰ ਗਿੱਲ। ਔਰ ਤੁਸੀਂ ਅਕਸਰ ਵੇਖਦੇ ਹੋਗੇ ਜਦੋਂ ਗਨ ਕਲਚਰ ਨੂੰ ਪ੍ਰਮੋਟ ਕਰਨ ਵਾਲੇ ਗਾਣੇ ਆਉਂਦੇ ਨੇ ਤਾਂ ਫਿਰ ਇੱਕ ਸ਼ਖਸ ਹੈ ਜੋ ਪਲੈਕਾਰਡ ਲੈ ਕੇ ਜਾਂ ਬੋਰਡ ਲੈ ਕੇ ਖੜਾ ਹੋ ਜਾਂਦਾ ਹੈ ਵਿਰੋਧ ਕਰਨ ਵਾਸਤੇ। ਪੰਡਿਤ ਰਾਓ ਧਰਿੰਦਰ ਦਾ ਅਸੀਂ ਜ਼ਿਕਰ ਕਰ ਰਹੇ ਹਾਂ, ਜੋ ਲੰਬੇ ਸਮੇਂ ਤੋਂ ਇਹਨਾਂ ਗਾਇਕਾਂ ਦੇ ਪਿੱਛੇ ਪਏ ਹੋਏ ਨੇ ਔਰ ਬਾਰ-ਬਾਰ ਇੱਕੋ ਹੀ ਗੱਲ ਕਹਿੰਦੇ ਨੇ ਕਿ ਜੇ ਆਪਣੇ ਸ਼ੋਜ਼ ਦੇ ਵਿੱਚ ਗਨ ਕਲਚਰ ਨੂੰ ਪ੍ਰਮੋਟ ਕਰਨਗੇ, ਸ਼ਰਾਬ ਨੂੰ, ਨਸ਼ੇ ਨੂੰ ਪ੍ਰਮੋਟ ਕਰਨਗੇ, ਤੇ ਮੈਂ ਫਿਰ ਉੱਥੇ ਆਵਾਜ਼ ਬੁਲੰਦ ਕਰਨ ਵਾਸਤੇ ਖੜਾ ਹੋਵਾਂਗਾ। ਪੰਜਾਬ ਤੋਂ ਨਹੀਂ ਹਨ, ਜੰਮਪਲ ਇਹਨਾਂ ਦੀ ਪੈਦਾਇਸ਼ ਕਰਨਾਟਕਾ ਦੀ ਹੈ, ਕੰਨੜ ਬੋਰਨ ਨੇ, ਪਰ ਫਿਰ ਵੀ ਪੰਜਾਬੀ ਭਾਸ਼ਾ ਦੇ ਨਾਲ ਇਹਨਾਂ ਨੂੰ ਬਹੁਤ ਲਗਾਵ ਹੈ। ਤਾਂ ਉਹਨਾਂ ਦੇ ਨਾਲ ਹੀ ਅੱਜ ਅਸੀਂ ਗੱਲਬਾਤ ਕਰਾਂਗੇ। ਸਰ ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਰ, ਠੀਕ ਹੋ? ਸ਼ੁਕਰੀਆ, ਕਿਰਪਾ ਜੀ, ਚੜ੍ਹਦੀ ਕਲਾ ਜੀ। ਤਾਂ ਸਰ ਇੱਕ ਵਾਰ ਫਿਰ ਤੋਂ ਤੁਸੀਂ ਮਗਰ ਪੈ ਗਏ ਹੋ ਹਨੀ ਸਿੰਘ ਤੇ ਬਾਦਸ਼ਾਹ ਹਰਾਂ ਦੇ। ਕਿਉਂ ਬਾਰ-ਬਾਰ ਇਹਨਾਂ ਸਿੰਗਰਸ ਦੇ ਪਿੱਛੇ ਪੈ ਜਾਂਦੇ ਹੋ? ਬਹੁਤ ਹੀ ਨਿਮਰਤਾ ਨਾਲ ਤੁਹਾਨੂੰ ਦੱਸ ਦੇਣਾ ਮੈਡਮ, ਮੈਂ ਕਿਸੇ ਦੇ ਪਿੱਛੇ ਨਹੀਂ ਪਿਆ। ਮੈਂ ਤਾਂ ਸਿਰਫ ਪੰਜਾਬੀਅਤ ਨੂੰ, ਪੰਜਾਬੀ ਭਾਸ਼ਾ ਨੂੰ ਉੱਚੀ ਪੱਧਰ ਤੇ ਰੱਖਣ ਲਈ ਕੋਸ਼ਿਸ਼ ਕਰ ਰਿਹਾ, ਕਿਉਂਕਿ ਇਹਨਾਂ ਲੋਕਾਂ ਨੇ ਇਸ ਪਵਿੱਤਰ ਗੁਰਮੁਖੀ ਦੀ ਦੁਰਉਪਯੋਗ ਕਰਕੇ, ਉਸ ਨੂੰ ਵਰਤੋਂ ਕਰਕੇ ਗਾਣਾ ਲਿਖ ਕੇ ਗਲਤ ਗਾਣਾ ਗਾਏ ਨੇ। ਇਸ ਲਈ ਇਸ ਭਾਸ਼ਾ ਨੂੰ ਸ਼ੁੱਧੀਕਰਨ ਕਰਨ ਲਈ, ਇਸ ਭਾਸ਼ਾ ਦੀ ਸਨਮਾਨ ਨੂੰ ਵਧਾਉਣ ਲਈ ਮੈਂ ਕੰਮ ਕਰ ਰਿਹਾ। ਇਸ ਨੂੰ ਜੇਕਰ ਕੋਈ ਵਿਰੋਧ ਕਹਿੰਦੇ ਨੇ ਜਾਂ ਮਗਰ ਪੈ ਜਾਣਾ ਕਹਿੰਦੇ ਨੇ ਤਾਂ ਉਹਨਾਂ ਦਾ ਦ੍ਰਿਸ਼ਟੀਕੋਣ ਹੈ, ਪਰ ਮੇਰੀ ਨਜ਼ਰ ਵਿੱਚ ਇਸ ਯਤਨ ਸਿਰਫ ਪੰਜਾਬੀ ਮਾਂ ਬੋਲੀ ਨੂੰ ਉੱਚੀ ਪੱਧਰ ਤੇ ਰੱਖਣਾ, ਸਨਮਾਨ ਦਿਲਾਉਣਾ। ਤੁਹਾਨੂੰ ਨਹੀਂ ਲੱਗਦਾ ਤੁਸੀਂ ਇਹਨਾਂ ਸਿੰਗਰਸ ਦੇ ਨੱਕ 'ਚ ਦਮ ਕਰਕੇ ਰੱਖਿਆ ਹੋਇਆ ਹੈ? ਰੱਖਣ ਦੀ ਲੋੜ ਹੈ। ਇਹਨਾਂ ਨੇ ਪਾਪ ਕੀਤੀ ਹੈ, ਪਾਪ ਇੱਕ ਨਹੀਂ ਦੋ ਨਹੀਂ ਕਈ ਵਾਰ ਕੀਤੇ ਨੇ। ਦੱਸੋ 20 ਸਾਲ ਤੋਂ ਪਹਿਲਾਂ ਬਾਦਸ਼ਾਹ ਅਤੇ ਧਨੀ ਸਿੰਘ ਵੱਲੋਂ ਗਾਣੇ ਗਾਏ ਗਏ, ਵੈਲਿਊਮ 1, 2, ਦਿੱਲੀ ਹਾਈਕੋਰਟ ਨੇ ਕਿਹਾ ਕਿ ਉਹਨਾਂ ਨੂੰ ਕੱਢੋ। ਇਹ ਪਿੱਛੇ 20 ਸਾਲ ਤੋਂ ਪਹਿਲਾਂ ਇਹਨਾਂ ਨੇ ਪਾਪ ਕੀਤੇ ਨੇ, ਹੁਣ ਉਹਨਾਂ ਨੂੰ ਭੁਗਤਣਾ ਪੈ ਗਿਆ। ਭਾਵੇਂ ਉਹ ਬਹੁਤ ਸਾਲ ਤੋਂ ਪਹਿਲਾਂ ਬੱਬੂ ਮਾਨ ਸਾਹਿਬ ਨੇ ਕਿਹਾ, ਗਾਏ ਨੇ, ਚੌਥਾ ਪੈਗ ਲਾ ਕੇ ਤੇਰੇ ਬਾਹ ਫੜਨੀ, ਪਾਪ ਹੋਇਆ ਹੈ। ਉਸ ਨੂੰ ਪਛਤਾਤਾਪ ਹੁਣ ਕਰਨ ਦੀ ਲੋੜ ਹੈ, ਕਿਉਂਕਿ ਔਰਤ ਨੂੰ ਬੇਇੱਜ਼ਤੀ ਕਰਨਾ ਗਲਤ ਹੈ, ਭਾਵੇਂ ਉਹ ਪਹਿਲੇ ਕੀਤੇ ਨੇ ਜਾਂ ਹੁਣ ਕੀਤੇ ਨੇ ਜਾਂ ਕਰਨਗੇ। ਔਰਤ ਨੂੰ ਵਰਤੋਂ ਕਰਕੇ ਗਾਣੇ ਦੇ ਵਿੱਚ ਬੇਇੱਜ਼ਤੀ ਕਰਨਾ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।
ਤਾਂ ਇਹਨਾਂ ਸਿੰਗਰਸ ਨੂੰ ਤੁਸੀਂ ਕਿਵੇਂ ਚੁੱਪ ਕਰਾ ਲਓਗੇ, ਕਿਉਂਕਿ ਗਾਣੇ ਤਾਂ ਰੋਜ਼ ਆ ਰਹੇ ਨੇ, ਰੋਜ਼ ਨਵੇਂ ਗਾਣੇ ਬਣਦੇ ਨੇ, ਗਨ ਕਲਚਰ ਪ੍ਰਮੋਟ ਹੋ ਰਿਹਾ ਹੈ, ਐਲਕੋਹਲ ਜਾਂ ਨਸ਼ਾ ਪ੍ਰਮੋਟ ਹੋ ਰਿਹਾ ਹੈ, ਇਸੇ ਤਰ੍ਹਾਂ ਹੀ ਕੁੜੀਆਂ ਨੂੰ ਕੱਪੜੇ ਵੀ ਇਦਾਂ ਦੇ ਪਵਾ ਕੇ ਗਾਣਿਆਂ ਦੇ ਵਿੱਚ ਲਿਆ ਜਾ ਰਿਹਾ, ਚੇਂਜ ਤਾਂ ਕੁਝ ਵੀ ਨਹੀਂ ਹੋਇਆ। ਚੇਂਜ ਬਹੁਤ ਕੁਝ ਹੋਇਆ ਮੈਡਮ। ਮੈਂ ਬਹੁਤ ਹੀ ਨਿਮਰਤਾ ਨਾਲ ਦੱਸ ਦੇਣਾ, ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ 2019 ਦੇ ਵਿੱਚ ਮੇਰੇ ਕੇਸ ਦੇ ਵਿੱਚ 2016 ਦੇ ਵਿੱਚ ਇੱਕ ਕੁੜੀ ਦੀ ਮੌਤ ਹੋਈ ਸੀ, ਤੁਹਾਨੂੰ ਪਤਾ ਹੋਣਾ, ਮੌਰ ਮੰਡੀ ਦੇ ਵਿੱਚ ਬਠਿੰਡਾ ਦੇ ਨੇੜੇ ਜੀ, ਕੁਲਵਿੰਦਰ ਕੌਰ, ਕੁੜੀ ਡਾਂਸਰ ਸੀਗੀ, ਉਹ ਨੱਚਣ ਵਾਲੀ ਵਿਚਾਰੀ, 3 ਮਹੀਨੇ ਦੀ ਗਰਭਵਤੀ ਸੀ ਉਹ। ਦੱਸੋ ਮੈਨੂੰ, ਗੋਲੀ ਲੱਗ ਕੇ ਮੌਤ ਹੋਇਆ। 2016 ਤੋਂ 2019 ਤੱਕ ਕੋਰਟ ਦੇ ਵਿੱਚ ਕੇਸ ਚਲੀ। ਕੋਰਟ ਦੇ ਵਿੱਚ 2019 ਦੇ ਵਿੱਚ ਕੋਰਟ ਨੇ ਕਿਹਾ ਕਿ ਇਹੋ ਜਿਹਾ ਗਾਣਾ ਕਿੱਥੇ ਵੀ ਨਹੀਂ ਚੱਲਣਾ ਚਾਹੀਦਾ, ਭਾਵੇਂ ਉਹ ਲਾਈਵ ਸ਼ੋਅ ਦੇ ਵਿੱਚ ਵੀ ਨਹੀਂ ਹੋਣਾ ਚਾਹੀਦਾ। ਇਸ ऐतिहासिक फैसले तो बाद बहुत कुछ परिवर्तन आया, तब्दीली आए ने। इन्ना ही नहीं, 2022 ਦੇ ਵਿੱਚ ਜਦ ਮਾਨਯੋਗ ਮੁੱਖ ਮੰਤਰੀ ਭਗਵਤ ਸਿੰਘ ਮਾਨ ਸਾਹਿਬ ਆਏ, ਉਹਨਾਂ ਨੇ ਵੀ ਨੋਟਿਸ ਕੱਢ ਕੇ ਕਿਹਾ ਕਿ ਇਹ ਗਾਣਾ ਨਾ ਗਾਓ। ਉਸ ਤੋਂ ਬਾਅਦ ਮੰਚ ਤੇ ਗਾਇਕ ਲੋਕ ਨਹੀਂ ਗਾ ਰਹੇ ਨੇ, ਜੇਕਰ ਗਾਉਂਦੇ ਨੇ ਉਹਨਾਂ ਦੇ ਖਿਲਾਫ ਮੈਂ ਤੁਰੰਤ ਕੰਟੈਂਪਟ ਆਫ ਕੋਰਟ ਫਾਈਲ ਕਰਦਾ। FIR ਦਰਜ ਹੋਇਆ ਮੈਡਮ। ਸ੍ਰੀ ਬਰਾੜ ਨੂੰ ਜਾ ਕੇ ਪੁੱਛੋ, ਪਟਿਆਲਾ ਦੇ ਵਿੱਚ, ਤੁਹਾਡੇ ਸ਼ਹਿਰ ਦੇ ਵਿੱਚ ਨੇ, ਜੇਲ੍ਹ ਹੋ ਕੇ ਆਏ ਨੇ। ਸਿੱਪੀ ਗਿੱਲ ਨੂੰ ਪੁੱਛੋ, ਮੋਗਾ ਦੇ ਵਿੱਚ ਬੈਠੇ ਨੇ, FIR ਦਰਜ ਹੋਇਆ ਸੀ। ਪੁੱਛੋ ਤੁਸੀਂ ਸਾਰੇ ਬਾਦਸ਼ਾਹ ਨੂੰ, ਉਹਨਾਂ ਦੇ ਗਾਣੇ ਦੇ ਕੀ ਹਾਲ ਹੋਇਆ, ਉਹਨਾਂ ਦੀ FIR ਦਰਜ ਹੋਇਆ ਕੀ? ਪੁੱਛੋ ਤੁਸੀਂ ਕਰਨ ਔਜਲਾ ਸਾਹਿਬ ਨੂੰ, ਉਹਨਾਂ ਦੇ ਹੀ ਗਾਣਾ ਉਹ ਮੰਚ ਤੇ ਨਹੀਂ ਗਾ ਰਹੇ ਨੇ। ਪੁੱਛੋ ਦਿਲਜੀਤ ਦੋਸਾਂਝ ਸਾਹਿਬ ਨੂੰ, ਆਪਣੇ ਹੀ ਗਾਣੇ ਲਾ ਕੇ ਪਟਿਆਲਾ ਪੈਗ ਲਾ ਛੱਡੀ ਦਾ ਉਹ ਨਹੀਂ ਗਾਇਆ ਮੰਚ ਤੇ 2024 ਦੇ ਵਿੱਚ। ਉਹਨਾਂ ਨੇ ਗਾਇਆ ਕੋਕ ਲਾ ਕੇ ਛੱਡੀ ਦਾ, ਆਪਣੇ ਹੀ ਗਾਣਾ ਤੋੜ ਮਰੋੜ ਕੇ ਗਾ ਰਹੇ ਨੇ, ਨਹੀਂ ਗਾ ਰਹੇ ਨੇ। ਕਹਿਣ ਦਾ ਭਾਵ ਹੈ परिवर्तन है, असर है मानयोग हाईकोर्ट ਦੀ, ਮਾਨਯੋਗ ਮੁੱਖ ਮੰਤਰੀ ਪੰਜਾਬ ਦੀ ਨੋਟਿਸ ਦੀ। ਮੇਰੇ 2016 ਦੇ ਜਿਹੜੇ ਯਤਨ ਹੈ ਸਰ ਤੇ ਬੋਰਡ ਰੱਖ ਕੇ ਘੁੰਮਣ ਦੀ, ਉਹ ਮੈਨੂੰ ਲੱਗਦਾ ਅਸਰ ਹੈ, ਹੋਰ ਅਸਰ ਹੋਏਗੀ ਜਦ ਤੱਕ ਇਸ ਭਾਸ਼ਾ ਦੀ ਦੁਰਉਪਯੋਗ ਨਹੀਂ ਰੁਕਦੀ। ਮੈਂ ਨਹੀਂ ਛੱਡਣਾ ਕਿਸੇ ਨੂੰ ਵੀ ਨਹੀਂ, ਕਿਸੇ ਨੂੰ ਵੀ ਨਹੀਂ। ਇਹ ਬਖਸ਼ਣਯੋਗ ਨਹੀਂ ਮੈਡਮ, ਇਹ ਕਲਾਕਾਰ ਨਹੀਂ ਹੋ ਸਕਦੇ, ਇਹ ਕਲਾ ਦੀ ਕਤਲ ਕਰਨ ਵਾਲੇ ਕਤਲਕਾਰ ਨੇ। ਇਹਨਾਂ ਦੇ ਖਿਲਾਫ ਮੁਕੱਦਮਾ ਹੋਣਾ ਚਾਹੀਦਾ, ਹੋ ਰਿਹਾ ਹੈ। ਬਾਦਲ ਸਾਹਿਬ ਬਾਦਸ਼ਾਹ ਹੋਵੇ, ਹਨੀ ਸਿੰਘ ਹੋਵੇ, ਮੁਕੱਦਮਾ ਹੋ ਰਿਹਾ। ਕਹਿਣ ਦਾ ਭਾਵ ਹੈ ਮੈਂ ਇਹਨਾਂ ਦੇ ਸਾਰੇ ਗਾਣੇ YouTube ਤੋਂ ਕੱਢਣ ਤੱਕ ਛੱਡਣਾ ਨਹੀਂ। ਮੈਂ ਜਿਵੇਂ ਪੰਜਾਬ ਦੇ ਵਿੱਚ ਗੈਰ ਕਾਨੂੰਨੀ ਕਰ ਬਣ ਕੇ ਬੈਠੇ ਮਾਨਯੋਗ ਮੁੱਖ ਮੰਤਰੀ ਨੇ ਕਿਹਾ ਕਿ ਉਹ ਪੀਲਾ ਪੰਜਾ ਚਲਾਓ, ਯੈਸ, ਡਰੱਗਸ ਦੀ ਧੰਦਾ ਕਰਕੇ ਤੁਸੀਂ ਘਰ ਬਣਾਓਗੇ, ਖਤਮ ਕਰੋ ਘਰ। ਇਹਨਾਂ ਦੇ ਵੀ YouTube ਤੋਂ ਸਾਰੇ ਗਾਣੇ ਮਿਟ ਜਾਣਗੇ। ਇਹ ਕਾਰਜ ਹੋਏਗੀ ਕਿਉਂਕਿ ਹਰਿਆਣਾ ਸਰਕਾਰ ਨੇ 67 ਸੌਂਗਸ YouTube ਤੋਂ ਕੱਢੇ ਨੇ। ਮਾਸੂਮ ਸ਼ਰਮਾ ਨੂੰ ਜਾ ਕੇ ਪੁੱਛੋ, ਤੁਸੀਂ ਡੰਡੇ ਨੂੰ ਜਾ ਕੇ ਪੁੱਛੋ, ਜੋ ਗਾਇਕ ਆਪਣੇ ਆਪ ਨੂੰ ਕਹਿੰਦੇ ਨੇ, ਸਾਰੇ ਗਾਣਾ ਮਿਟ ਗਏ। ਪੰਜਾਬ ਦੇ ਵਿੱਚ ਵੀ ਇਹਨਾਂ ਦੇ ਗਾਣੇ ਮਿਟਣਗੇ, ਭਾਵੇਂ ਉਹ ਗਾਣਾ 16 ਟੱਪ ਗਿਆ, 18 ਟੱਪ ਗਿਆ, ਮੁੰਡਾ ਬਦਨਾਮ ਹੋਵੇ, ਚੌਥਾ ਪੈਗ ਲਾ ਕੇ ਹੋਵੇ, ਭਾਵੇਂ ਉਹ ਗਾਣਾ ਲਾ ਕੇ 3 ਪੈਗ ਬਲੀਏ ਹੋਵੇ, ਭਾਵੇਂ ਜੇਬ ਵਿੱਚੋਂ ਫੀਮ ਲੱਭੇ ਹੋਵੇ ਦਿਲਜੀਤ ਦੋਸਾਂਝ ਦੀ, ਭਾਵੇਂ ਕੋਈ ਵੀ ਗਾਣਾ ਹੋਵੇ, ਉਹ ਸਾਰੇ YouTube ਤੋਂ ਕੱਢਣ ਤੱਕ ਮੈਂ ਨਹੀਂ ਛੱਡਣਾ। ਗਾਣੇ ਤੁਸੀਂ ਸਾਰੇ ਸੁਣਦੇ ਹੋ? ਸਾਰੇ ਸੁਣਦਾ ਹੈ ਮੈਂ, ਕਿਉਂਕਿ ਸੁਣਨ ਦੀ ਲੋੜ ਹੈ, ਤਾਂ ਹੀ ਮੈਂ ਉਹਨਾਂ ਤੇ ਐਕਸ਼ਨ ਕਰੂੰਗਾ, ਇਸ ਲਈ ਸੁਣਦਾ ਹੈ। ਤੁਸੀਂ ਸਿੱਧੂ ਮੂਸੇਵਾਲੇ ਤੇ ਵੀ ਕਾਰਵਾਈ ਕਰਾਉਣੀ ਚਾਹੁੰਦੇ ਸੀ? ਮੈਂ ਕਦੇ ਵੀ ਉਹਨਾਂ ਦੇ ਖਿਲਾਫ ਕਾਰਵਾਈ ਨਹੀਂ ਚਾਹੁੰਦਾ ਸੀਗਾ। ਮੈਂ ਤਾਂ ਸਿਰਫ ਉਹਨਾਂ ਨੂੰ ਸਹੀ ਰਾਹ 'ਤੇ ਲਾਉਣ ਲਈ ਕੋਸ਼ਿਸ਼ ਕੀਤੀ ਸੀ। ਬਹੁਤ ਹੀ ਨਿਮਰਤਾ ਨਾਲ ਤੁਹਾਨੂੰ ਦੱਸ ਦੇਣਾ ਮੈਡਮ, ਮੈਂ 2018 ਦੇ ਵਿੱਚ ਉਹਨਾਂ ਦਾ ਘਰ ਤੱਕ ਪਹੁੰਚ ਗਿਆ ਸਰ 'ਤੇ ਬੋਰਡ ਰੱਖ ਕੇ, ਕਿਉਂਕਿ 2018 ਦੇ ਵਿੱਚ ਇੰਨਾ ਮਸ਼ਹੂਰ ਨਹੀਂ ਹੋਇਆ ਸੀ, ਉਹ ਐਮਰਜਿੰਗ ਟ੍ਰੈਂਡ ਦੇ ਵਿੱਚ ਸੀਗਾ। ਉਸ ਵਕਤ ਹੀ ਮੈਨੇ ਜਾ ਕੇ ਉਹਨਾਂ ਦਾ ਵਿਹੜੇ ਦੇ ਵਿੱਚ ਜਾ ਕੇ ਬੇਨਤੀ ਕੀਤੀ, ਇਸ ਮੁੰਡੇ ਦੀ ਆਵਾਜ਼, ਇਸ ਗੱਭਰੂ ਦੀ ਆਵਾਜ਼, ਉਸ ਹੋਣਹਾਰ ਪੰਜਾਬ ਦੀ ਮੁੰਡੇ ਦੀ ਆਵਾਜ਼, ਬੰਦਾ ਸਿੰਘ ਬਹਾਦਰ ਦੀ ਵਾਰਾ ਸੁਣਾਉਣ ਦੀ ਆਵਾਜ਼ ਹੈ, ਬਾਬਾ ਨਾਨਕ ਦੀ ਗੁਣਗਾਨ ਕਰਨ ਦੀ ਆਵਾਜ਼ ਹੈ, ਇਸ ਮੁੰਡੇ ਦੀ ਆਵਾਜ਼ ਲੋਕ ਗੀਤ ਗਾਉਣ ਦੀ ਆਵਾਜ਼ ਹੈ। ਮੈਂ ਬੇਨਤੀ ਕੀਤੀ, ਮੈਂ ਬੋਰਡ ਤੇ ਸਰ ਤੇ ਬੋਰਡ ਰੱਖ ਕੇ ਘੁੰਮਿਆ, ਉੱਥੇ ਲਿਖਿਆ ਸੀ ਮੈਂ, ਸਿੱਧੂ ਮੂਸੇਵਾਲਾ ਜੀ ਬਾਬਾ ਨਾਨਕ ਦੀ ਗਾਣਾ ਗੁਣ ਗਾਓ, ਸਾਰੇ ਪਾਪ ਧੁਲ ਜਾਣਗੇ। 2018 ਦੀ ਗੱਲ ਕਰ ਰਿਹਾ ਮੈਂ। ਜੇਕਰ ਪੰਜਾਬੀ ਲੋਕ ਉਸ ਵਕਤ ਇਹ ਮੇਰਾ ਗੱਲ ਮੰਨਦੇ, ਸੁਣਦੇ, ਸਮਝਦੇ, ਸਿੱਧੂ ਮੂਸੇਵਾਲਾ ਹੁਣ ਵੀ ਜਿੰਦਾ ਹੁੰਦੇ।
ਮਤਲਬ ਉਹ ਇਦਾਂ ਦੇ ਗਾਣੇ ਗਾਉਂਦੇ ਸੀ ਤਾਂ ਅੱਜ ਜ਼ਿੰਦਾ ਨਹੀਂ? नहीं वो गाना गाउन कारण वो जाल विच फस गए, वैरत्व दुश्मनी, समझ गए मैडम। जेकर बाबा नानक दी गुणगान गाओगे, बंदा सिंह बहादुर दी गुणगान गाओगे, लोक गीत गाओगे, दुश्मनी तो हो ही नहीं सकती सी। इसलिए मैं उसी वक्त कहा कि इन्होंने इस पासे ले आओ ताकि दुश्मनी किसी दे नाल ना होवे, क्योंकि उन्होंने गाने दे जो बोलचाल दुश्मनी तक वो खींच के ले रहे थे, ਪ੍ਰਵੋਕ ਹੋ ਜਾਂਦਾ ਪ੍ਰੋਕ ਹੋ ਜਾਣਾ ਸੀ। इसलिए मैं एक टीचर होने कारण टीचर ਦੀ एक दूरदर्शी ਹੁੰਦੀ ਹੈ, ਉਹ ਸਾਨੂੰ ਦਿਸਦਾ ਹੈ ਬੱਚੇ 20 ਸਾਲ ਤੋਂ ਬਾਅਦ ਕੀ ਹੋ ਸਕਦਾ। एक टीचर ਹਾਂ मैं, मेरे पिताजी भी बहुत मशहूर टीचर होने कारण ਸਾਡੇ ਖਾਨਦਾਨ ਦੇ ਵਿੱਚ 12 ਟੀਚਰ ਹਾਲੇ ਵੀ ਮੌਜੂਦ ਨੇ। इसलिए ਸਾਨੂੰ ਉਹ ਦਿਸਦਾ ਹੈ ਕਿ 20 ਸਾਲ ਤੋਂ ਬਾਅਦ ਬੱਚੇ ਕੀ ਬਣੂਗਾ। ਮੈਨੂੰ ਪਤਾ ਸੀ सिद्धू मूसेवाला बड़ा कमाल ਦਾ बुलंद आवाज़ वाला ये लोक गीत गाओगा, ये बंदा सिंह बहादुर ਦੀ ਵਾਰਸ ਸੁਣਾਓਗਾ ਦੁਨੀਆ ਨੂੰ। मैं ये सोच के बैठ के ਉਹਨਾਂ ਦਾ ਘਰ ਜਾ ਕੇ ਬੇਨਤੀ ਕੀਤੀ, ਹਰ ਥਾਂ ਤੇ ਸਰ ਤੇ ਬੋੜ ਕੇ मैं प्रचार ਕੀਤੀ, पर किसी ने मेरा गल नहीं सुनी। इसलिए ही होनहार एक गबरू ਨੂੰ ਅਸੀਂ ਖੋਇਆ ਹੈ। दिल ਦੇ ਵਿੱਚ दर्द है, रोंदा है दिल, क्योंकि मैं पसंद ਕੀਤੀ ਸੀ, मैं पसंद करके बेनती ਕੀਤੀ, पर ਉਹਨੂੰ ਸੁਣਿਆ ਨਹੀਂ ਗੱਲ। ਉਹ ਖੋਲ ਉਹਨਾਂ ਨੇ ਕੀ ਕਿਹਾ ਸੀ ਤੁਹਾਨੂੰ? ਨਹੀਂ ਦੇਖੋ, ਮੈਂ ਉਹਨਾਂ ਦਾ ਘਰ ਗਿਆ ਮੈਡਮ, ਬੇਨਤੀ ਕੀਤੀ, ਮਾਂ ਨੂੰ ਮਿਲਿਆ। ਦੇਖੋ ਮਾਂ ਤਾਂ ਮਾਂ ਹੈ, ਭਾਵੇਂ ਸਿੱਧੂ ਮੂਸੇਵਾਲੇ ਦਾ ਮਾਂ ਹੋਵੇ ਜਾਂ ਮੇਰਾ ਮਾਂ ਤਾਂ ਮਾਂ ਦਾ ਫਿਕਰ ਕੀ ਹੈ। ਰੋਟੀ ਖਾਓਗੇ, यही पूछा मैडम ने मैनू। मैं पूछा, मैं रोटी जरूर खावांगा जी, जिस दिन बाबा नानक दी गाना गाओगा सिद्धू मूसेवाला, मैं रोटी खावांगा, उस दिन गाऊंगा खावांगा बोल के उन्होंने 35 रुपए दे के, शॉल दे के, सम्मान के तौर पर मैं मुड़ के आया। पर हैरान की गल ये है, ये माता जी ਨੂੰ मैं बहुत सम्मान करता है। जब मुड़ के मैं आ रहा सी, उसी घर के अंदर एक कमरा है, उत्थे 20 ਤੋਂ ਵੱਧ ਬੱਚੇ ਊੜਾ ਏੜਾ ਸਿੱਖ ਰਿਹਾ ਸੀ ਉਸ ਵਕਤ। मैं देख हैरान हूँ, इन्ना कमाल ਦਾ परिवार, इन्ना सुंदर परिवार। मैं सोचा ये समझणगे, उन्होंने सुधारनगे, पर किथे नहीं किथे वो समा गलत ਸੀਗਾ। इसलिए ਤੁਸੀਂ ਮੰਨਦੇ ਹੋ ਲੋਕਾਂ ਦੀ ਡਿਮਾਂਡ ਹੁੰਦੀ ਹੈ, ਲੋਕ ਵਿਆਹਾਂ ਦੇ ਉੱਤੇ ਧਾਰਮਿਕ ਗਾਣੇ ਨਹੀਂ ਲਾਉਂਦੇ, ਉੱਤੇ ਨਹੀਂ ਨੱਚਦੇ, ਉਹਨਾਂ ਨੂੰ ਇਦਾਂ ਦੇ ਤੜਕੇ ਭੜਕੇ ਵਾਲੇ ਗਾਣੇ ਚਾਹੀਦੇ ਹੁੰਦੇ ਨੱਚਣ ਲਈ, ਤਾਂ ਫਿਰ ਜਿਹੜੀ ਚੀਜ਼ ਵਿਕਦੀ ਹੈ ਉਹੀ ਚੀਜ਼ ਬਣਦੀ ਹੈ। मैडम एक गल दसो मैनू, लोग तो बहुत कुछ मंग करते, बंदूक वाला नहीं, बहुत कुछ आगे और भी चाहते ने लोग तो इत्थे चोरी करन दी तरीका दे गाना गा के गाना मंगते हैं, इत्थे तो बलात्कार बारे भी गाना चाहते ने, इत्थे तो जातिवाद बारे भी गाना चाहते ने, सुनना चाहते लोग कि तुसी गा के सुना सकते हो ਇਹੋ ਜਿਹੇ गाने, भावें वो बलात्कार दे होवे, जातिवाद दे होवे, नहीं गा सकते। इसलिए क्योंकि कानून ने, इसलिए कानून 2019 ਦੇ ਵਿੱਚ ਹੋਇਆ ਕਿ ਆਰਡਰ ਕੋਈ ਵੀ ਨਹੀਂ ਗਾ ਸਕਦੇ। ਫਿਰ ਕਿਉਂ ਗਾਉਂਦੇ ਨੇ ਉਹ? ਸ਼ਾਦੀ ਦੇ ਵਿੱਚ ਅਜਿਹੇ ਗਾਣੇ ਨੱਚਣਾ ਪੰਜਾਬੀ ਕਲਚਰ ਹੈ ਹੀ ਨਹੀਂ। यही ਤਾਂ ਗੱਲ ਮੈਂ 2016 ਦੇ ਵਿੱਚ ਕੋਰਟ ਦੇ ਵਿੱਚ ਕਿਹਾ। ਮਾਨੋ ਪੰਜਾਬ ਹਰਿਆਣਾ ਹਾਈ ਕੋਰਟ ਜੱਜ ਸਾਹਿਬ ਨੇ ਮੈਂ ਕਿਹਾ, खुद जाके पेशकारी की, मैं कोई वकील दी मदद नहीं हुआ, खुद क्या सर ये तो पंजाबी लोगों का कल्चर ही नहीं है। कल्चर पढ़ो तुसी, गुरु साहब तो आनंद कारज की गल करते हैं, आनंद कारज की कॉन्सैप्ट पढ़ो तुसी। सिर्फ गुरुवाणी पढ़ के, गुरु ग्रंथ साहब सामने सर झुक के चुपचाप घर जाओ, अपना संसार चलाओ। ये कल्चर कित्थों आया? पैलेस दी मॉडर्नाइजेशन, कंज्यूमर कल्चर, इस दी शिकार असी बन बैठे हैं। इसी कारण कुलविंदर कौर दी मौत होया गोली लग के। पिछे गाना केड़ा चलदा पिया सी, दिलजीत दोसांझ साहब नूं पुछो जी, तुसी शराब वर्गी, इस शराब और बॉटल वर्गी गाना चलदा पिया सी, उसी गोली लगी, कुलविंदर कौर मर गई। कहण दा भाव है मैडम, पंजाबी लोकां दी गाने दे विच ਇਹੋ ਜਿਹਾ गाने ते नचना इन्हां दा सभ्याचार है ही नहीं। इसीलिए मैं कोशिश कर रहा कि सादगी तौर ते शादी होवे, आनंद कारज तहत शादी होवे, गुरु ग्रंथ साहिब दे चरण विच लोग आवे, यही मेरा उद्देश्य है। इसलिए मैं कोशिश कर रहा हूँ। ਤੁਹਾਨੂੰ ਪੰਜਾਬੀ ਭਾਸ਼ਾ ਨਾਲ ਇੰਨਾ ਲਗਾव क्यों है? लगाव इसलिए है मैडम, ये भाषा ही इतनी खूबसूरत है, ये भाषा ही इतनी रूहानियत है भरी है। इस दी एहसास मैनू तदों होया जब मैं श्री जपजी साहिब नू कन्नड़ विच अनुवाद करता, इसनू सीख के।
इन्नी शक्ति इसकी, इन्नी खूबसूरत, इन्नी आनंदमय है ये भाषा। जपजी साहब ਨੂੰ जब मैं कन्नड़ ਵਿੱਚ अनुवाद करता मैडम, ਕਰਨਾਟਕ ਦੇ ਲੋਕ ਹੈਰਾਨ ਹੋਇਆ ਕਿ ਬਾਬਾ ਨਾਨਕ ਦੀ ਸੋਚ ਨੂੰ ਤੁਸੀਂ ਕੰਨੜ ਤੱਕ ਲੈ ਕੇ ਉੱਥੇ ਜਾ ਕੇ ਮੈਂ ਦੇਣ ਤੋਂ ਬਾਅਦ ਉੱਥੇ ਦੇ ਲੋਕ ਇਕਜੁੱਟ ਹੋ ਕੇ ਪੜ੍ਹ ਕੇ ਗੁਰਦੁਆਰਾ ਬਣਾ ਕੇ ਉੱਥੇ ਕੰਨੜ ਦੇ ਵਿੱਚ ਅਨੁਵਾਦ ਹੋਇਆ, ਉਹਨਾਂ ਨੇ ਪ੍ਰਕਾਸ਼ਿਤ ਕਰਕੇ ਲੋਕ ਪੜ੍ਹਦੇ ਹੈ ਕੰਨੜ ਦੇ ਵਿੱਚ ਅੱਜ ਵੀ। ਕਹਿਣ ਦਾ ਭਾਵ ਇੰਨੀ ਪ੍ਰਭਾਵਸ਼ਾਲੀ ਇਹ ਤਾਂ ਹੀ ਹੋਇਆ ਮੈਂ ਪੰਜਾਬੀ ਸਿੱਖਣ ਤੋਂ ਬਾਅਦ। ਇਸ ਲਈ ਇਹ ਪੰਜਾਬੀ ਭਾਸ਼ਾ ਨੂੰ ਮੈਂ ਪਿਆਰ ਕਰਦਾ। ਇੰਨਾ ਹੀ ਨਹੀਂ ਮੈਡਮ, ਹੋਰ ਇੱਕ ਕਾਰਨ ਹੈ, ਭਾਵੇਂ ਮੈਂ ਕਰਨਾਟਕ ਤੋਂ ਹਾਂ, ਕਿੱਥੇ ਹਾਂ ਜੀ ਫਿਲਹਾਲ, ਕਿੱਥੇ ਹਾਂ ਦੱਸੋ ਜੀ ਫਿਲਹਾਲ? ਪੰਜਾਬ ਦੀ ਰਾਜਧਾਨੀ ਚੰਡੀਗੜ੍ਹ, ਪੰਜਾਬ ਦੀ ਰਾਜਧਾਨੀ ਜੋ ਪੰਜਾਬ ਦੇ 22 ਪਿੰਡਾਂ ਨੂੰ ਉਜਾੜ ਕੇ ਵਸਿਆ ਗਿਆ। ਇਸ ਲਈ ਜਿੱਥੇ ਅਸੀਂ ਵਸਦੇ ਹਾਂ ਉੱਥੇ ਲੋਕਾਂ ਦੀ सम्मान ਕਰਨ ਦੀ ਲੋੜ ਹੈ, ਉੱਥੇ ਦੀ ਲੋਕਾਂ ਦੀ ਭਾਸ਼ਾ ਸਿੱਖਣ ਦੀ ਲੋੜ ਹੈ। ਯਹੀ ਇਨਸਾਨੀਅਤ ਹੈ ਮੈਡਮ। ਮੇਰਾ ਪਿਤਾ ਜੀ ਇੱਕ ਟੀਚਰ ਹੋਣ ਕਾਰਨ ਉਹਨਾਂ ਨੇ ਮੈਨੂੰ ਸਿਖਾਇਆ ਜਿੱਥੇ ਮਰਜ਼ੀ ਤੁਸੀਂ ਵਸ ਜਾਓ ਉੱਥੇ ਦੀ ਲੋਕਾਂ ਦੀ ਭਾਸ਼ਾ, ਲੋਕਾਂ ਨੂੰ ਸੰਭਾਲ। ਇਸ ਲਈ ਮੈਂ ਪੜ੍ਹ, ਮੇਰੇ ਪਿਤਾ ਜੀ ਇੱਕ ਉਦਾਹਰਨ ਵੀ ਦਿੰਦੇ ਸਨ। ਉਹ ਕਹਿੰਦੇ ਸਨ ਜਿੱਥੇ ਜਿਵੇਂ ਨਾ ਇੱਕ ਰੋਟੀ ਖਾਦਾ ਹੈ ਕੁੱਤਾ, ਉਹ ਪੂਰਾ ਰਾਤ ਭਰ ਉਸ ਘਰ ਦੀ ਰੱਖਿਆ ਕਰਕੇ ਮੁੜ ਕੇ ਆਉਂਦੀ ਹੈ ਕੁੱਤਾ। ਕੁੱਤੇ ਦੇ ਵਿੱਚ ਇੰਨੀ ਇਮਾਨਦਾਰੀ। ਅਸੀਂ ਤਾਂ ਰੋਜ਼ ਪੰਜਾਬ ਦੀ ਰੋਟੀ ਖਾਦੇ, ਪੰਜਾਬ ਦੀ ਰਾਜਧਾਨੀ ਵਿੱਚ ਬੈਠੇ, ਪੰਜਾਬੀ ਭਾਸ਼ਾ ਦੀ सम्मान ਕਿਉਂ ਨਹੀਂ ਕਰ ਸਕਦੇ? ਇਸ ਲਈ ਇਸ ਭਾਸ਼ਾ ਨੂੰ सम्मान ਦਿਲਾਉਣ ਲਈ ਪਿਆਰ ਕਰਦਾ ਮੈਂ। ਇਸ ਲਈ ਕਿਉਂਕਿ ਦੇਖੋ 22 ਪਿੰਡਾਂ ਨੂੰ ਉਜਾੜ ਕੇ ਵਸਿਆ ਗਿਆ ਚੰਡੀਗੜ੍ਹ, ਪੰਜਾਬੀ ਭਾਸ਼ਾ ਦੇ ਨਾਮੋਂ ਨਿਸ਼ਾਨਾ ਮਿਟਾ ਗਿਆ ਮੈਡਮ। ਕਿੱਥੇ ਵੀ ਪੰਜਾਬੀ ਭਾਸ਼ਾ ਥੱਲੇ ਲਿਖਿਆ ਗਿਆ, ਹਲੇ ਵੀ मैं कोशिश कर रहा है, मैं लड़ रहा हूँ कि पंजाबी ऊपर होवे। दफ्तरी भाषा पंजाबी नहीं है, पंजाबी नहीं पढ़ाते बच्चे ਨੂੰ ਇੱਥੇ, जद कि पंजाबी ਇੱਥੇ ਲਾਜ਼ਮੀ ਹੋਣਾ ਚਾਹੀਦਾ। दफ्तरी भाषा नामो निशाना नहीं। ਇਸ ਲਈ मैं सर ਤੇ ਰੱਖ ਕੇ ਘੁੰਮਦਾ ਹੈ। ਇਸ ਭਾਸ਼ਾ ਨੂੰ ਬਣਦਾ हुआ दर्जा दिलाਉਣ तक आखिरी दम तक मैं लड़ांगा। ਇੰਨਾ ਹੀ ਨਹੀਂ मैडम, कन्नड़ भाषा मेरी माँ बोली। 8 ज्ञानपीठ पुरस्कार मिल चुके ने, 8 टोटल 8 ज्ञानपीठ पुरस्कार कन्नड़ भाषा ਲਈ। पंजाबी इन्नी अमीर भाषा, रूहानियत भरी भाषा, सूफीवाद की सिद्धांत की भाषा, बाबा फरीद की भाषा पंजाबी गुरमुखी। सिर्फ 1.5 ज्ञानपीठ पुरस्कार क्यों? एक ਨੂੰ ਮਿਲਿਆ ਅਮ੍ਰਿਤਾ ਪ੍ਰੀਤਮ ਨੂੰ ਪੂਰੇ। ਉਸ ਤੋਂ ਬਾਅਦ ਪ੍ਰੋਫੈਸਰ ਗੁਰੂਦयाल ਸਿੰਘ ਸਾਹਿਬ ਨੇ ਕਿਸੇ ਨਾਲ ਕਿਤੇ ਨੇ ਸ਼ੇਰ ਹੋਇਆ 1.5। ਸਿਰਫ 1.5 ਕਿਉਂ? ਕਿਉਂਕਿ ਇਸ ਭਾਸ਼ਾ ਨੂੰ ਜੋ सम्मान ਮਿਲਣਾ ਚਾਹੀਦਾ ਪੰਜਾਬ ਦੇ ਵਿੱਚ ਹੀ ਨਹੀਂ ਮਿਲਿਆ। ਇਸ ਲਈ ਇਸ ਨੂੰ सम्मान ਦਿਲਾਉਣ ਲਈ ਮੈਂ ਪਿਆਰ ਕਰਦਾ ਰਹਾਂਗਾ। ਤੁਹਾਡੇ ਘਰ 'ਚ ਬੱਚੇ ਬੋਲਦੇ ਨੇ ਪੰਜਾਬੀ? ਬਹੁਤ ਵਧੀਆ, ਕਿਰਪਾ ਹੈ, ਪ੍ਰਭੂ ਦੀ ਕਿਰਪਾ ਹੈ। ਫਿਲਹਾਲ ਕੰਨੜ ਉਹਨਾਂ ਦਾ ਮਾਂ ਬੋਲੀ ਹੈ, ਉਹਨਾਂ ਦੀ ਮਾਂ ਕੰਨੜ ਬੋਲਦੇ ਪਰ ਪੰਜਾਬੀ ਵੀ ਬੋਲਦੇ। ਮੇਰੇ ਬੱਚੇ ਦੇ ਬੇਟੀ ਦਾ ਨਾਂ ਵੀ ਮੈਂ ਖੀਵੀ ਰੱਖਿਆ ਮੈਡਮ। ਖੀਵੀ ਕੌਣ ਹੈ? ਮਾਤਾ ਖੀਵੀ। ਪੂਰੇ ਦੇਖੋ ਵਡਿਆਈ ਮਾਤਾ ਖੀਵੀ ਦੀ ਜਿੰਨੇ ਮਰਜ਼ੀ ਕਰੋ ਘੱਟ ਹੈ। ਕਿਉਂਕਿ 15ਵੀਂ ਸਦੀ ਦੇ ਵਿੱਚ ਜਦ ਔਰਤ ਨੂੰ ਕੋਈ ਆਜ਼ਾਦੀ ਨਹੀਂ ਸੀ ਬਾਹਰ ਜਾਣ ਦੀ, ਉਸ ਵਕਤ ਮੇਰਾ ਮਾਤਾ ਖੀਵੀ ਨੇ ਖਡੂਰ ਸਾਹਿਬ ਵਿੱਚ ਬੈਠ ਕੇ ਦੇਸੀ ਖੀਵੀ ਵਿੱਚ ਲੰਗਰ ਬਣਾ ਕੇ ਅਣਜਾਣ ਲੋਕਾਂ ਨੂੰ ਬੁਲਾ ਕੇ ਵੰਡਦੀ ਸੀ। 15ਵੀਂ ਸਦੀ ਦੇ ਵਿੱਚ ਗੁਰੂ ਅੰਗਦ ਦੇਵ ਮਹਾਰਾਜ ਦੀ ਪਤਨੀ ਦਾ ਨਾਂ ਮਾਤਾ ਖੀਵੀ ਖਡੂਰ ਸਾਹਿਬ ਦੇ ਵਿੱਚ ਬੈਠੀ। ਇੰਨਾ ਹੀ ਨਹੀਂ ਮੈਡਮ, ਪੂਰਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੀ ਇੱਕ ਔਰਤ ਦਾ ਨਾਂ ਹੈ ਦਰਜ, ਉਹ ਮਾਤਾ ਖੀਵੀ ਦੀ ਹੈ। ਇਸ ਲਈ ਮੈਂ बेटी का नाम खीवी रखा। इसलिए वो पढ़ती है, पंजाबी पढ़ती है, पाठ करती है, सवेरे उठ के पंजाबी अखबार पढ़ती है, अजीत होवे, ट्रिब्यून होवे, स्पोक्समैन होवे, वो एडिटोरियल पढ़ती है। इन्ना ही नहीं, स्कूल ਦੇ ਵਿੱਚ ਵੀ ਪੰਜਾਬੀ ਰੱਖੀ ਹੋ। ਮੇਰਾ ਬੇਟਾ ਚੰਦਰੋਦ ਹੈ, ਉਹ 10ਵੀਂ ਪਾਸ ਹੋਇਆ। ਹੁਣ ਉਹ ਹਿੰਦੀ ਨਹੀਂ ਰੱਖਿਆ, ਉਹ ਫਸਟ ਲੈਂਗੁਏਜ ਪੰਜਾਬੀ ਰੱਖਿਆ ਉਹ 10ਵੀਂ ਦੇ ਵਿੱਚ ਜੀ। ਤਾਂ ਤੁਹਾਨੂੰ ਇਹ ਨਹੀਂ ਲੱਗਦਾ ਕਿ ਪੰਜਾਬੀ ਲੋਕਾਂ ਨੂੰ ਵੀ ਤੁਹਾਨੂੰ ਆਪਣੇ ਨਾਲ ਜੋੜਨਾ ਚਾਹੀਦਾ ਹੈ? ਮੈਂ ਜੋੜ ਰਿਹਾ ਜੀ। ਜੁੜ ਰਹੇ ਨੇ। ਤੁਸੀਂ ਇਹੀ ਚੰਡੀਗੜ੍ਹ ਜਾਓ, ਦੁਕਾਨ ਦੇ ਉੱਪਰ ਆਪਣੇ ਦੁਕਾਨ ਦੇ ਨਾਮ ਪੰਜਾਬੀ ਚ ਲਿਖ ਰਹੇ ਨੇ, ਚੰਡੀਗੜ੍ਹ ਦੇ ਵਿੱਚ ਖਾਸ ਤੌਰ ਤੇ। ਕਿਉਂਕਿ ਉਹ ਰੋਜ਼ ਮੈਨੂੰ ਦੇਖਦੇ ਪੰਜਾਬੀ ਸਰ ਤੇ ਰੱਖ ਕੇ ਘੁੰਮਣ ਵਾਲਾ ਕਰਨਾਟਕ ਦਾ, ਉਹ ਪ੍ਰਭਾਵਿਤ ਹੋ ਕੇ ਖੁਦ ਲਿਖੇ ਨੇ। ਮੈਂ ਕਹਿੰਦਾ ਨਹੀਂ ਉਹ ਖੁਦ ਲਿਖਦੇ। ਉਹ ਮੈਨੂੰ ਬੁਲਾ ਕੇ ਦੇਖੋ, ਤੁਸੀਂ ਮੰਦਿਰ ਹੈ ਇੱਥੇ ਸਾਡੇ ਘਰ ਦੇ 41 ਸੈਕਟਰ, ਤੁਸੀਂ ਮੰਦਿਰ ਵੀ ਹੈ, ਗੁਰਦੁਆਰਾ ਵੀ ਹੈ, ਇੱਥੇ ਚਰਚ ਵੀ ਹੈ, ਮਸਜਿਦ ਵੀ ਹੈ। ਅੱਗੇ ਜਾ ਕੇ ਸਾਰੇ ਦੇ ਬੋਰਡ ਸਭ ਤੋਂ ਉੱਪਰ ਪੰਜਾਬੀ ਲਿਖਿਆ ਗਿਆ। ਮੈਂ ਬੋਲਿਆ ਨਹੀਂ ਉਹਨਾਂ ਨੂੰ, ਉਹ ਖੁਦ ਲਿਖੇ ਨੇ। ਕਹਿਣ ਦਾ ਭਾਵ ਹੈ ਅਸਰ ਹੈ, ਲੋਕ ਜੁੜ ਰਹੇ ਨੇ। ਇੰਨਾ ਹੀ ਨਹੀਂ ਮੈਡਮ,
ਸਾਡੇ ਕਾਲਜ ਦੇ ਵਿੱਚ ਜਿੱਥੇ ਮੈਂ ਪੜ੍ਹਾਉਂਦਾ ਸੋਸ਼ੀਓਲੋਜੀ, ਜੀ। ਜਿੱਥੇ ਮੇਰਾ ਕਮਾਈ ਰੋਜੀ ਰੋਟੀ ਹੈ, ਉੱਥੇ ਕਰਨ ਮੇਰੇ ਬੱਚੇ ਸਕੂਲ ਦੇ ਕਾਲਜ ਦੇ ਬੱਚੇ ਮੈਨੂੰ ਦੇਖ ਕੇ ਉਹ ਪੰਜਾਬੀ ਬੋਲਦੇ ਹੈ ਮੇਰੇ ਕੋਲ ਆ ਕੇ। ਇੰਨਾ ਹੀ ਨਹੀਂ, ਆਪਣੇ ਮੋਬਾਈਲ ਦੇ ਵਿੱਚ ਜਿੰਨੇ ਵੀ ਗਲਤ ਗਾਣੇ ਨੇ ਉਹ ਸਾਰੇ ਕੱਢ ਕੇ, ਸਰ ਦੇਖੋ ਜੀ ਮੇਰੇ प्लेलिस्ट है ही नहीं कोई गलत गाने। प्रभावित है, असर है, क्योंकि सर ते बोर्ड रख के खुद चलोगे लोग आपे नाल जुड़ਦੇ ਹੈ। ਸ਼ੁਰੂ ਚ ਕਿੰਨਾ ਔਖਾ ਸੀ? ਤੁਹਾਨੂੰ ਫੋਨ ਆਉਂਦੇ ਹੋਣਗੇ, ਅੱਜ ਵੀ ਸਿੰਗਰਸ ਦੇ ਫੋਨ ਆਉਂਦੇ ਹੋਣਗੇ ਜਦੋਂ ਤੁਸੀਂ ਕੋਈ ਪਟੀਸ਼ਨ ਪਾਉਂਦੇ ਹੋਵੋਗੇ? नहीं, कोई फ़ोन नहीं करते, कोई भी नहीं, दखलअंदाजी नहीं करते। ਉਹਨਾਂ ਦੀ ਕੋਈ ਟੀਮ ਵੀ ਕਾਲ ਕਰਕੇ ਤੁਹਾਨੂੰ ਕੰਪਰੋਮਾਈਜ਼ ਲਈ ਨਹੀਂ ਕਹਿੰਦੀ? नहीं, कदे भी नहीं, कदे भी नहीं, क्योंकि उन्होंने पता है ये गल ये बंदा किसी की गल नहीं सुनता, ये तो सिर्फ कोर्ट की गल सुनता है या बाबा नानक के राह ते चलन वाला है, ये किसी की गल नहीं सुनने लो, इन्होंने पता हैगा, इसलिए कोई कांटैक्ट नहीं, कुछ नहीं, सीधा मैं नोटिस कटवांदा जिथे मर्जी पुलिस होवे, डिस्ट्रिक्ट चाइल्ड प्रोटेक्शन ऑफिसर्स होवे, वुमेन कमीशन होवे, चाइल्ड कमीशन होवे, ह्यूमन राइट्स कमीशन होवे, उन्होंने तो मैं नोटिस कटवा के उन्होंने दे देना बस, कोई बीच दखल अंदाजी नहीं करते। पर एक गायक वो फोन करके मैनू कदे कदे प्यार नाल गाली कर दे, वो दैट इज़ ओके, नो प्रॉब्लम, कोई गल नहीं। ਕੌਣ ਹੈ ਉਹ ਸਿੰਗਰ? शरीमान जी, ਉਹ ਤੁਹਾਨੂੰ ਫੋਨ ਕਰਦੇ? हाँ, शरीमान जी, वो थोड़ा वो पीण की आदत है, वो मैं अरदास करदा है वो उन्होंना पीण की आदत छड़ के चंगे राह है। देखो टीचर है मैं, बच्चे नू सुधारना मैंने कम है, दंड देना नहीं। शरीमान मैनू फोन करके भावे जिन्ने मर्जी गाली कड्डो, कोई गल नहीं, उन्होंने शराब तो दूर रखने लिए मैं कोशिश करदा है, समझाउंदे दारू छड्डो, पर उन्होंने जद भी वो नशा मतलब दारू चढ़ जाता है, वो मैंने फोन करके गाला कटदे, कोई गल नहीं, वो प्यार नाल सम्मान करदे। कंप्लेंट नहीं की? ना 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 ना, कंप्लेंट देखो ये बंदा ठीक है, वो बढ़िया है, दिल भी साफ है, कदे कदे वो गाला कटदा, बाद विच कहंदा कि तुसीं बहुत कैंट बंदे हो, तारीफ भी करते ने, क्योंकि वो दारू दी हो सकता वो प्लस नेगेटिव पॉजिटिव दोनों हुंदे उन्हां दे दिमाग दे विच, वो तारीफ भी करदे, कहण दा भाव है वो सुधर रहे ने, वो अपना गाना गलत गाना हुण आजकल नहीं गा रहे ने दारू दे, और जिथे भी वो उन्हां दा शो हुंदे वो लाके 3 पैगे बल्ले नहीं गाउंदे ने। कहण दा भाव है सुधारना मेरा काम है, सुधारन दे वक्त मेरा भावे जिन्ने मर्जी निंदा होवे, गाली मैनू मिले, उसकी कोई फिक्र नहीं है, फर्क नहीं है, असर नहीं मेरे ते, क्योंकि बाबा नानक दे सोच दे विच ना इत्थे मान है ना इत्थे अपमान है, दोनों बराबर है। इसलिए बाबा नानक के सिद्धांत मैं बहुत पढ़िया है, उन्होंने बारे पूरा, इसलिए मैं मेरे ते कोई ਸ਼ੋ ਭਾਵੇਂ ਪੁਣੇ ਦੇ ਵਿੱਚ ਹੋਵੇ ਜਾਂ ਕਿਸੇ ਹੋਰ ਸਿਟੀ ਦੇ ਵਿੱਚ ਹੋਵੇ, ਤੁਸੀਂ ਚੰਡੀਗੜ੍ਹ 'ਚ ਬੈਠੇ ਬੈਠੇ ਉਹਨਾਂ ਨੂੰ ਨੋਟਿਸ ਭਿਜਵਾ ਦਿੰਦੇ ਹੋ, ਕਿਸੇ ਹੋਰ ਜਗ੍ਹਾ ਤੇ ਵੀ ਉਹਨਾਂ ਨੂੰ, ਫੋਰਨ ਕੰਟਰੀ ਕਿਤੇ ਵੀ ਉਹਨਾਂ ਨੂੰ ਗਾਉਣ ਕਿਉਂ ਨਹੀਂ ਦਿੰਦੇ ਤੁਸੀਂ? क्योंकि मैडम बच्चे तो बच्चे है, भावे पंजाब दे होवे, चंडीगढ़ दे होवे, भावे पुणे दे हो, बच्चे ते गलत असर ना होवे। देखो सरबत दी भला दी सिद्धांत है ना, बाबा ना वही मैं बोले कि बाबा नानक दी सिद्धांत ही यही है, सरबत दी भला, सबकी भलाई, भावे बच्चे पुणे दे होवे, बेंगलुरु दे होवे या इंदौर दे होवे या लखनऊ दे, जिथे मैं नोटिस करता है बच्चे दी हित, बच्चे दी भलाई दे ही सोचता है मैं। जो पुणे दे विच जेकर डिस्ट्रिक्ट चाइल्ड प्रोटेक्शन ऑफिस नोटिस कटिया है मेरी कंप्लेंट के आधार ते, हनी सिंह नो 4 बॉटल उड़का नहीं गाओगे, 4 बॉटल उड़का उन्होंने गाने जिन्ने भी है, मिलियनर नहीं गाओगे, ये सारे नहीं गाओ, क्योंकि वो बच्चे ते असर करते हैं। इसलिए मैं इत्थे ही बैठ के कानूनी तौर ते तर्क नाल काम करता है, वो असर भी हो रहा है, क्योंकि मेरे को 2 मंत्र ने, एक बाबा नानक दी सिद्धांत, दूजा मानव पंजाब ते हरियाणा हाईकोर्ट दी 2019 दी हुकुम, 2 अस्त्र ने मेरा कोल, दोनों अस्त्र काम कर रहे हैं। ਗੁਰੂ ਨਾਨਕ ਦੇਵ ਜੀ ਦੇ ਸਿद्धांत ਨੂੰ ਤੁਸੀਂ ਫੋਲੋ ਕਰਦੇ ਹੋ, ਸਮਝਾਓ ਥੋੜਾ ਜਿਹਾ ਸਾਨੂੰ। हाँ, बाबा नानक दी सिद्धांत सब तो ऊपर है, कीरत करो, कीरत करो, ये सिद्धांत कमाल दी है मैडम, ये लोग समझते नहीं है, ये गायक लोग नूं समझने की लोड़ है। कीरत मेरा बाबा नानक कीरत करो, वंड छको, नाम जपो, सिद्धांत जड़ी है वो बेस है, बाबा नानक दी सिद्धांत दी बेस ही वही है।
अब कीरत करो, ਹੁਣ ਦੱਸੋ ਮੈਨੂੰ ਕੀਰਤ ਮਤਲਬ ਚੰਗੇ ਕੀਰਤ ਦੀ ਗੱਲ ਕਰ ਰਹੇ ਮੇਰੇ ਗੁਰੂ ਮਹਾਰਾਜ। ਪਰ करते कि ਕਿਹੜੀ ਕੀਰਤ ਕਰ ਰਹੇ ਉਹ ਗਾਇਕ ਲੋग? औरत ਨੂੰ ਬੇਇੱਜ਼ਤੀ ਕਰਨ ਵਾਲੇ ਗਾਣੇ, ਇਹ ਚੰਗੀ ਕੀਰਤ ਹੋ ਸਕਦਾ ਹੈ? ਦੱਸੋ ਮੈਨੂੰ ਮੈਡਮ। ਸ਼ਰਾਬ ਨੂੰ ਉਤਸਤ ਕਰਨ ਵਾਲੇ ਗਾਣੇ ਚੰਗੀ ਕੀਰਤ ਨਹੀਂ ਹੋ ਸਕਦਾ। ਗਨ ਕਲਚਰ ਨੂੰ ਪ੍ਰਮੋਟ ਕਰਨ ਵਾਲੇ ਗਾਣੇ, ਨਸ਼ੇ ਨੂੰ ਪ੍ਰਮੋਟ ਕਰਨ ਵਾਲੇ ਗਾਣੇ, ਇਹ ਕੀਰਤ ਚੰਗੀ ਨਹੀਂ ਹੋ ਸਕਦੇ। ਇਸ ਲਈ ਬਾਬਾ ਨਾਨਕ ਦੀ ਸੋਚ ਦੇ ਵਿੱਚ ਇਹਨਾਂ ਦੀ ਕੀਰਤ, ਮੈਂ ਸ਼ਬਦ ਵਰਤੋਂ ਨਹੀਂ ਕਰਦਾ ਹੈ ਪਰ ਕਰਨ ਦੀ ਲੋੜ ਹੈ, ਹਰਾਮ ਹੈ। ਇਸ ਦੀ ਸਵੀਕਾਰ ਨਹੀਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਨਾ ਬਾਬਾ ਨਾਨਕ ਦੀ ਸੋਚ ਵਿੱਚ। ਇਸ ਲਈ ਇਹਨਾਂ ਨੂੰ ਸਮਝਾਉਣ ਲਈ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਨੇੜੇ ਲੈ ਕੇ ਚੰਗੀ ਕੀਰਤ ਨਾਲ ਜੋੜਨ ਲਈ ਕੋਸ਼ਿਸ਼ ਕਰ ਰਿਹਾ ਮੈਂ। जो समझ गया मेरा धुन, मेरा नाद, मेरा सोच, मेरा यत्न, वो सुधर गए। सुखविंदर सुक्की बठिंडा तो माफी मांग लिया उन्होंने लिखित रूप में। सुनंदा शर्मा जी मैं बहुत सम्मान करता है सुनंदा शर्मा, उन्होंने गाया जी पटाखे बुलट तो रखा पटाखे पाउंड। उन्होंने एक बार मैं कहा कि गाना ना गाओ, उन्होंने लिखित रूप में माफी मांग ली। परमजीत सिंह पम्मी तोड़ी शहर दे पटियाला, उन्होंने लिखित रूप में माफी मांगी। संगदिल 47 ਜਿਹੜੇ गीत लिखे ने पटाखे पवन, उन्होंने माफी मांगी। बहुत लोगों ने माफी मांग ली लिख के, क्योंकि वो चंगे कीरत नाल जुड़ गए। हुण भी ਜਿਹੜੇ गलत कीरत नाल जुड़े ने, भाई दिल जी दुसान जो वे कीरत चंगी नहीं है। अगर कीरत सही है तो यूट्यूब तक कड्डो जी सारे गाने, चंगी कीरत करो ना। अपना तोड़े तो गलती होया, गलत गाने गाए, ਹੁਣ ਸਾਰੇ ਗਾਣੇ YouTube ਤੇ ਕੱਢੋ, ਮੰਚ ਤੇ ਨਾ ਗਾਓ, ਚੰਗੇ ਕੀਰਤ ਨਾਲ ਜੁੜੋ। ਮੇਰਾ ਯਹੀ ਬਾਬਾ ਨਾਨਕ ਦੀ ਸੋਚ ਨਾਲ, ਕੀਰਤ ਦੇ ਕਨਸੈਪਟ ਨਾਲ ਮੈਂ ਕੰਮ ਕਰਦਾ ਹੈ। ਬਹੁਤ ਸਾਰੀਆਂ ਫੀਮੇਲ ਸਿੰਗਰਸ ਨੇ, ਉਹਨਾਂ ਦੇ ਵੀ ਗਾਣੇ ਹੁੰਦੇ ਨੇ, ਮੇਰੇ ਨੈਣਾ ਚੋਪੀ, ਮੈਂ ਬੋਤਲ ਵਰਗੀ, ਗਟ ਗਟ। ਇਹ ਇਕੱਲੇ ਮੇਲ ਸਿੰਗਰਸ ਨਹੀਂ, ਫੀਮੇਲ ਸਿੰਗਰਸ ਵੀ ਇਦਾਂ ਦੇ ਗਾਣੇ ਬਣਾ ਰਹੀਆਂ ਨੇ। बिल्कुल बहुत ने जसविंद सैंडल ਦੀ ਗੱਲ, ਹਾਂ ਉਹਨਾਂ ਦੀ ਗੱਲ ਕਰ ਰਿਹਾ ਮੈਂ ਸਮਝਦਾ ਹੈ। ਪਰ ਮੈਂ ਔਰਤ ਜਿੰਨੇ ਵੀ ਗਾਏ ਨੇ ਉਹਨਾਂ ਦੇ ਖਿਲਾਫ ਨੋਟਿਸ ਕਦੇ ਵੀ ਕਢਵਾਇਆ ਨਹੀਂ। ਮੈਂ ਕਿਉਂ ਬੇਨਤੀ ਕੀਤੀ ਹੈ ਬਸ। ਦੇਖੋ ਔਰਤ ਨੂੰ ਤੁਸੀਂ ਸਰ ਝੁਕ ਕੇ ਹੀ ਬੇਨਤੀ ਕਰ ਸਕਦੇ। ਔਰਤ ਇੱਕ ਸ਼ਕਤੀ ਹੈ, ਔਰਤ ਦੇ ਖਿਲਾਫ ਨਹੀਂ ਲੜ ਸਕਦੇ। ਔਰਤ ਨੂੰ ਤੁਸੀਂ ਬੇਨਤੀ ਕਰਕੇ ਸਹੀ ਰਾਹ ਤੇ ਲਾ ਸਕਦੇ। ਇੰਨਾ ਮੈਂ ਔਰਤ ਨੂੰ सम्मान ਕਰਦਾ ਹੈ। ਪਰ ਜੇ ਗਲਤ ਗਾਣੇ ਗਾਉਣੇ ਆ ਤਾਂ ਮੇਲ ਗਲਤ ਗਾਣੇ ਨਾ, ਉਹ ਫੀਮੇਲ ਗਾਵੇ ਮੇਲ ਗਾਵੇ, ਦੋਵਾਂ ਵਾਸਤੇ ਗਲਤ ਹੈ। ਫਿਰ ਮੈਂ ਮੰਨਦਾ ਹੈ ਔਰਤ ਨੂੰ ਬੇਨਤੀ ਨਾਲ, सम्मान ਨਾਲ ਸੁਧਾਰ ਸਕਦੇ। ਉਹਨਾਂ ਨੂੰ ਦੰਡ ਨਹੀਂ, ਸ਼ਕਤੀ ਹੈ ਔਰਤ ਨੂੰ ਤੁਸੀਂ ਭਾਵੇਂ ਉਹ ਗਲਤ ਹੈ, when woman is wrong actually she is right। ਇਹ ਕਨਸੈਪਟ ਵੀ ਹੈ ਮੈਡਮ। ਔਰਤ ਜੇ ਗਲਤ ਕਦੇ ਕੀਤੀ ਹੈ, ਉਹ ਮਜਬੂਰੀ ਨਾਲ ਹੋਇਆ ਹੋਣਾ, ਗਲਤੀ ਨਾਲ ਹੋਇਆ ਹੋਣਾ, ਪਰ ਉਹ ਸੁਧਰ ਗਈ, ਦੈਟ ਇਜ਼ ਓਕੇ। ਬਟ ਔਰਤ ਨੂੰ ਤੁਸੀਂ ਦੰਡ ਦੇ ਕੇ ਜਿਵੇਂ ਮਰਦ ਨੂੰ ਦਿਓਗੇ, ਉਹ ਨਹੀਂ ਦੇ ਸਕਦੇ। ਔਰਤ ਸ਼ਕਤੀ ਹੈ, ਇਹ ਕਨਸੈਪਟ ਹੈ। ਸੋ ਕਿਉਂ ਮੰਦਾ ਆਖੀਏ ਜਿੱਤ ਜਮੇ ਰਾਜਾਨ, ਉਸ ਔਰਤ ਨੂੰ ਆਪ ਕਿਵੇਂ ਕਮਜ਼ੋਰ ਕਹਿ ਸਕਦੇ ਹੋ ਜਿਸ ਔਰਤ ਨੇ ਰਾਜਾ ਨੂੰ ਵੀ ਪੈਦਾ ਕਰ ਦਿੱਤਾ। ਮਤਲਬ ਬੱਬੂ ਮਾਨ ਦਾ ਗਾਣਾ ਕਿ ਚੌਥਾ ਪੈਗ ਲਾ ਕੇ ਤੇਰੀ ਬਾਹ ਫੜਨੀ, ਉਹ ਗਲਤ ਹੈ। ਤੇ ਜੇ ਕੋਈ ਫੀਮੇਲ ਸਿੰਗਰ ਕਹਿੰਦੀ ਹੈ ਮੈਂ ਬੋਤਲ ਵਰਗੀ ਗਟ ਗਟ ਕਰਕੇ ਪੀ, ਤੇ ਉਹ ਸਹੀ ਹੈ? ਨਹੀਂ, ਉਹ ਸਹੀ ਨਹੀਂ। ਮੈਂ ਸਹੀ ਨਹੀਂ ਮੰਨਦਾ ਨਹੀਂ, ਪਰ ਉਹ ਗਲਤ ਗਾਉਣ ਵਾਲੇ ਨੂੰ ਮੈਂ ਦੰਡ ਦੇ ਕੇ ਸੁਧਾਰ ਨਹੀਂ ਕਰ ਸਕਦਾ ਜਿਵੇਂ ਮਰਦ ਨੂੰ ਕਰਦਾ ਹੈ ਮੈਂ। ਫਿਰ ਡਿਸਕ੍ਰਿਮੀਨੇਸ਼ਨ ਨਹੀਂ ਹੈ। ਸ਼ਕਤੀ ਦੇ ਸਾਹਮਣੇ ਮੈਂ ਸਰ ਝੁਕਾਂਗਾ, ये डिस्क्रिमिनेशन नहीं है। वो औरत शक्ति है। औरत शक्ति ਨੂੰ सम्मान करते हुए, सलाम करते हुए मैं सुधारांगा, वो सुधर दे। जिमें सुनंदा शर्मा ने, मैंने लिखित रूप में पहली बार भी उन्होंने बुलाया, मैंने कर जाके फ़ोन करके उन्होंने मैंने सद्दा दे के मैंने मेरा सामने लिख के दे दी थी। दोस्तों मैंने केड़ी जब मर्द गायक मैंने फ़ोन करके बुलाया, लिखित रूप में देते ने, दिलजीत दोसांझ, हनी सिंह, करण औजला, सिप्पी गिल, कोई नहीं। औरत सिर्फ औरत, क्योंकि औरत शक्ति है, वो सुधरदी है और सुधारदी है। ਜੈਸਮਿਨ ਸੈਂਡਲਸ ਨੂੰ ਤੁਸੀਂ ਰਿਕੁਐਸਟ ਕੀਤੀ? ਕਦੇ ਵੀ ਨਹੀਂ, ਕਿਉਂਕਿ ਮੇਰਾ ਕੰਟੈਕਟ ਹੋਇਆ ਨਹੀਂ ਹੈ। ਉਹ ਗਲਤ, ਉਹ ਗਾਣਾ ਖਾਸ ਤੌਰ ਤੇ ਪੰਜਾਬ ਵਿੱਚ ਨਹੀਂ ਗਾਉਂਦੀ। ਉਹ ਪੰਜਾਬ ਵਿੱਚ ਨਹੀਂ ਗਾਉਂਦੀ, ਭਾਵੇਂ ਉਹ ਦੂਜੀ ਸ਼ਹਿਰ ਵਿੱਚ ਗਾਉਂਦੀ ਹੋਣਗੇ, ਪਰ ਪੰਜਾਬ ਵਿੱਚ ਨਹੀਂ ਗਾਉਂਦੀ। ਮੈਨੂੰ ਪਤਾ ਹੈ ਇਹ ਗੱਲ, ਕਿਉਂਕਿ ਉਹ ਸਮਝਦੀ ਉਹ ਗਾਣੇ ਦੀ ਗਲਤ ਅਸਰ, ਉਹ ਨਹੀਂ ਗਾਉਂਦੀ। ਜੈਸਮਿਨ ਸੈਂਡਲਸ ਦਾ ਹੁਣੇ ਇੱਕ ਗਾਣਾ ਆਇਆ ਸੀ ਜਿਹਦੇ ਉੱਤੇ ਕਾਫੀ ਵਿਰੋਧ ਵੀ ਹੋਇਆ ਸੀ। ਜੀ ਬਿਲਕੁਲ, ਉਹ ਗਾਣਾ ਸਹੀ ਵੀ ਨਹੀਂ ਮੰਨਿਆ ਜਾ ਰਿਹਾ। ਗਾਣਾ ਤੇ ਕੁਝ ਰੀਲ ਵੀ ਹੈ, ਉਸ ਤੋਂ ਬਾਅਦ ਉਹਨਾਂ ਕੱਢੇ ਨੇ ਉਹ ਗਲਤ ਉਹ YouTube ਤੋਂ ਆਪਣਾ ਸਟੇਟਸ ਤੋਂ ਉਹਨਾਂ ਨੇ ਉਸ ਰੀਲ ਨੂੰ ਕੱਢ ਕੇ ਕਿਹਾ ਉਹਨਾਂ ਨੇ ਉਹ ਗਲਤੀ ਹੈ।
ਕਹਿਣ ਦਾ ਭਾਵ ਹੈ ਮੈਂ ਔਰਤ ਨੂੰ ਇੰਨੀ सम्मान ਕਰਦਾ ਹੈ, ਭਾਵੇਂ ਉਹ ਗਲਤ ਵੀ ਇੱਕ ਵਾਰ ਹੋਇਆ ਹੈ ਉਹ ਸੁਧਰਦੇ। ਜਿਵੇਂ ਇੱਕ ਉਦਾਹਰਨ ਤੁਹਾਨੂੰ ਹੋਰ ਇੱਕ ਦੇ ਦੇਣਾ ਮੈਂ, ਇੱਕ ਗਾਣਾ ਆਇਆ ਸੀਗਾ ਕੁਝ ਦਿਨਾਂ ਤੋਂ ਪਹਿਲੇ, ਗਲਤ ਗਾਣਾ ਹਿੰਦੀ ਦੇ ਵਿੱਚ, ਹਿੰਦੀ ਦੇ ਵਿੱਚ ਆਉਣ ਵਾਲੇ ਇੱਕ ਗਾਣੇ ਸੀਗਾ, ਉਹ ਉਹਨਾਂ ਨੇ ਗਾਇਕਾ ਜੋ ਜਿਹੜੀ ਲੇਡੀ ਆਂਧਰਾ ਪ੍ਰਦੇਸ਼ ਤੋਂ, ਅਗਲੇ ਦਿਨ ਤੇ ਉਹ ਮਾਫੀ ਮੰਗ ਲਈ, ਕਿਹਾ ਕਿ ਉਹ ਗਾਣਾ ਮੈਂ ਹੁਣੇ ਕੱਢ ਦੇਣਾ, ਮੈਨੂੰ ਪਤਾ ਨਹੀਂ ਸੀ, ਉਹ तेलुगु होने कारण हिंदी के शब्दावली उन्होंने पता नहीं सी, इसलिए उन्होंने अगले दिन ही भी कढ़वाया। दसो हुण मर्द केड़ी मर्द अपनी गाना खुद यूट्यूब तो कढ़ाए ने, एक भी नहीं। हरियाणा सरकार ने डीजीपी हरियाणा ने धक्के नाल 67 कढ़वाए ने पुरुष दे। कहण दा भाव मैडम औरत नूं सम्मान करन दी लोड़ है, और औरत मैनूं लगदा है बहुत एक दो होणगे जो गलत गा रहे ने, बाकी सारे औरत सही गा रहे ने, भावे वो साडे बहुत ही सम्मानजनक निम्रत खैर होए, कमाल है, कदे भी गलत नहीं गाई हो, बहुत सम्मान करता है। मैं बहुत सारे है पंजाबी, सुखी बराड़ होवे, शक्ति पुराने सिंगर्स ਤਾਂ ਸਾਰੇ ਬਹੁਤ ਵਧੀਆ मैं सम्मान करता है, मैं सम्मान। ਜਿਹੜੇ ਮੇਲਸ ਗਲਤ ਗਾਉਂਦੇ ਆ ਤੁਸੀਂ ਉਹਨਾਂ ਨੂੰ ਨੋਟਿਸ ਭਿਜਵਾਉਂਦੇ ਹੋ, ਪਟੀਸ਼ਨ ਦਾਇਰ ਕਰਦੇ ਹੋ, ਜਿਹੜੇ ਸਹੀ ਗਾਉਂਦੇ ਆ ਤੁਸੀਂ ਉਹਨਾਂ ਨੂੰ ਵੀ ਪ੍ਰਮੋਟ ਕਰਦੇ ਹੋ। ਅਮਰਿੰਦਰ ਗਿੱਲ ਦਾ ਵੀ ਇੱਕ ਗਾਣਾ ਸੀ, ਦਾਰੂ ਨਾ ਪੀਂਦਾ ਹੋਵੇ ਜਰਦਾ ਨਾ ਖਾਂਦਾ ਹੋਵੇ। ਅਮਰਿੰਦਰ ਗਿੱਲ ਦੇ ਗਾਣੇ ਵੀ ਸਾਰੇ ਵਧੀਆ ਹੁੰਦੇ ਆ, ਸਤਿੰਦਰ ਸਰਤਾਜ ਦੇ ਗਾਣੇ ਵਧੀਆ ਹੁੰਦੇ ਨੇ, ਹਰਭਜਨ ਮਾਨ ਹਰਾਂ ਦੇ, ਗੁਰਦਾਸ ਮਾਨ ਹਰਾਂ ਦੇ ਗਾਣੇ। हाँ मैं हमेशा चंगे गावन वाले ਨੂੰ सम्मान करता है। सरताज साहब PhD करके ਉਹਦੇ ਵਿੱਚ ਖੋਜ ਕਰਕੇ ਗਾਉਣ ਵਾਲੇ ਨੂੰ ਮੈਂ सम्मान ਕੀਤੀ ਵੀ ਹਰ ਥਾਂ 'ਤੇ ਉਹਨਾਂ ਦਾ ਪ੍ਰਸ਼ੰਸਾ, ਉਹਨਾਂ ਨੂੰ सम्मान ਕਰਦਾ ਹੈ। ਮੈਂ ਚੰਗੇ ਗਾਉਣ ਵਾਲੇ ਨੂੰ ਮੈਂ ਹਮੇਸ਼ਾ ਹੀ सम्मान ਕਰਦਾ ਹੈ। ਮੈਂ ਤੁਹਾਨੂੰ ਵੀ ਦੱਸ ਦੇਣਾ, ਆਨ ਰਿਕਾਰਡ ਹੈਗਾ, ਤੁਸੀਂ ਚੈੱਕ ਕਰ ਸਕਦੇ ਹੋ। ਉਹਨਾਂ ਦਾ ਨਾਂ ਸਰਤਾਜ ਸਾਹਿਬ ਦੀ ਨਾਂ ਮੈਨੇ पद्मश्री अवार्ड ਲਈ ਹੀ ਰਿਕਮੈਂਡ ਕੀਤੀ, ਕਿਉਂਕਿ ਇੱਕ ਟੀਚਰ ਹੋਣ ਕਾਰਨ ਮੈਂ ਕਰ ਸਕਦਾ ਹੈ, तो मैं ਰਿਕਮੈਂਡ ਕੀਤੀ ਸੀ ਉਹਨਾਂ ਦਾ। ਇਸ ਸਾਲ ਪਿਛਲੇ ਸਾਲ ਨਹੀਂ ਹੋਇਆ पर अगले साल या अगले तो अगले साल जरूर उन्होंने पद्मश्री अवार्ड मिलेगी। इस तरह मैं काम करता है, किसी को बोलता है मैं पब्लिक तौर पर नहीं बोलता है, पर इंटरनेट साइट पर जाके उस मिनिस्ट्री ऑफ होम अफेयर्स साइट पर जाके उन्होंने रिकमेंड की मैं कि पद्मश्री मिलना चाहिए था पंजाबी गायक सरताज साहब ਨੂੰ। हर साल मैं रिकमेंड करता है ਚੰਗੇ ਗਾਇਕ ਦੀ। ਤਾਂ ਕਦੋਂ ਤੱਕ ਤੁਹਾਡੀ ਲੜਾਈ ਇਹ ਚੱਲਦੀ ਰਹੇਗੀ? ਮੈਂ ਬਹੁਤ ਹੀ सम्मान ਨਾਲ ਤੁਹਾਨੂੰ ਦੱਸ ਦੇਣਾ ਮੈਡਮ, ਇਸ ਭਾਸ਼ਾ ਗੁਰਮੁਖੀ ਇਸ ਦੀ सम्मान ਲਈ ਮੈਂ ਲੜ ਰਿਹਾ, ਇਸ ਦੀ सम्मान ਨੂੰ ਇਸ ਦੇ ਉੱਪਰ ਰੱਖਣ ਲਈ ਮੈਂ ਕਰ ਰਿਹਾ। ਜਦ ਤੱਕ ਇਹ ਪੰਜਾਬ ਦੇ ਵਿੱਚ ਗਲਤ ਗਾਣੇ ਦੀ ਪ੍ਰਕਿਰਿਆ ਖਤਮ ਨਾ ਹੋਵੇ, ਰੰਗਲਾ ਪੰਜਾਬ ਬਣਾਉਣ ਦੀ ਜਿਹੜੀ ਕਨਸੈਪਟ ਹੈ, ਭਾਵੇਂ ਪੰਜਾਬ ਸਰਕਾਰ ਦੀ ਹੋਵੇ, ਭਾਵੇਂ ਉਹ ਸਾਰੇ ਪੰਜਾਬੀ ਲੋਕਾਂ ਦੀ ਹੋਵੇ, ਸਭ ਦੀ ਹੈ ਉਹ ਰੰਗਲਾ ਪੰਜਾਬ। ਮਤਲਬ ਸਿਰਫ ਕੋਈ ਸਰਕਾਰ ਦੀ ਜਾਂ ਪੋਲੀਟੀਕਲ ਪਾਰਟੀ ਦੀ ਨਹੀਂ ਹੈ, ਸਭ ਦੀ ਸੋਚ ਹੈ। ਰੰਗਲਾ ਪੰਜਾਬ ਜੋ ਪਹਿਲੇ ਪੰਜਾਬ ਸੀਗਾ ਉਸ ਤੱਕ ले जाने तक मैं यत्न जारी रहेगी, और गुरबाणी गुरमुखी की सुंदरता खुशबू हर पासे ले जाने ਲਈ मैं कोशिश करता रहांगा। ਤੁਸੀਂ ਕਿੰਨੇ ਟਾਈਮ 'ਚ ਪੰਜਾਬੀ ਸਿੱਖ ਲਈ ਸੀ? हाँ, ये बड़ा मज़ेदार है मैडम। एक्चुअली शुरुआत ਦੇ ਵਿੱਚ ਕੀ ਹੋਇਆ, मैं 2003 ਦੇ ਦਸੰਬਰ ਦੇ ਵਿੱਚ ਜੁਆਇਨ ਕੀਤੀ ਕਾਲਜ, ਗਵਰਨਮੈਂਟ ਕਾਲਜ ਸੈਕਟਰ 42 ਗਰਲਸ ਕਾਲਜ। ਮੈਂ 2000 ਦਸੰਬਰ 3 ਦੇ ਵਿੱਚ ਜੁਆਇਨ ਕਰਨ ਤੋਂ ਬਾਅਦ 2005 ਤੱਕ ਮੈਂ ਅੰਗਰੇਜ਼ੀ ਵਿੱਚ ਹੀ ਪੜ੍ਹਾਉਂਦਾ ਰਿਹਾ ਰੱਜ ਰੱਜ ਕੇ। ਮੈਨੂੰ ਪੰਜਾਬੀ ਨਾ ਹਿੰਦੀ ਨਾ ਪੰਜਾਬੀ, ਪਹਿਲੀ ਵਾਰ ਆਇਆ ਇੱਥੇ ਆ ਕੇ ਅੰਗਰੇਜ਼ੀ ਪੜ੍ਹਾਉਂਦਾ ਰਿਹਾ। ਇੱਕ ਦਿਨ ਮੈਨੂੰ ਇੰਝ ਲੱਗਿਆ ਮੈਡਮ 2 ਸਾਲ ਤੋਂ ਬਾਅਦ 2005 ਦੇ ਵਿੱਚ सारे बच्चे पंजाबी बैठे ने, मैं अंग्रेजी बोल रहा हूँ, उन्होंने कुछ ना समझ में आवे या समथिंग। मैं सोची यार ये गलत है, उन्होंने भाषा पंजाबी है, मैंने पंजाबी सीख के उन्होंने पंजाबी पढ़ाने की लोड़ है, इसलिए मैं 35 सीखी मैडम। किवें साडे घर दे ਜਿਹੜੇ ਨੇੜੇ ਤੇੜੇ ਗੁਆਂਢੀ ਦੇ ਬੱਚੇ ਨਾਲ ਬੈਠ ਕੇ ਊੜਾ ਲਿਖਣਾ, ਊੜਾ ਐੜਾ ਈੜੀ ਸਫਾ, ਬੜਾ ਮਜ਼ਾ ਆਉਣ ਲੱਗਿਆ और लिखन लग गया, पढ़न लग गया मैं। उस तो बाद मेरा हाथ ਵਿੱਚ जपजी साहब आए, पता नहीं उस शक्ति किवें खींच के ले गया मैनू। जपजी साहब मैं रोज़ पढ़न लग गया, क्योंकि जपजी साहब बड़ा कमाल और रूहानियत है, एक परमात्मा की उत्सत है, वो भी अलग अलग ढंग नाल। कमाल है मैडम, कमाल है। मैं उस तो बाद मेरा वो रुचि लग गई जपजी साहब दी, रोज़ सवेरे 4 बजे उठ के वो रुचि लग के उस तो बाद मैं बस जपजी साहब पढ़न लग गया, अध्ययन करने लग गया, एक एक शब्द समझन लग गया मैं। और उस तो बाद वो कन्नड़ में अनुवाद होया, उस तो बाद आशा दी वार, उस तो बाद जफरनामा, गुरु गोबिंद सिंह महाराज दी जफरनामा कन्नड़ दे विच होया। बस लगातार
ਚੱਲਦਾ ਰਹਾ। ਬਸ ਕਿਰਪਾ ਹੈ। ਮੈਂ ਜਪਜੀ ਸਾਹਿਬ ਦੀ ਜਿਹੜੀ ਗੁਰਬਾਣੀ ਹੈ, ਗੁਰਬਾਣੀ ਦੀ ਜਪਜੀ ਸਾਹਿਬ ਹੈ, ਉਸ ਦੀ ਮੂਲ ਮੰਤਰ ਕੰਨੜ ਵਿੱਚ ਜ਼ਰੂਰ ਸੁਣਾਵਾਂਗਾ ਤੁਹਾਡੇ ਲਈ। ਕੰਨੜ ਪੰਜਾਬੀ ਪਿਆਰ ਕਰਨ ਵਾਲੇ ਨੂੰ ਔਰ ਪੰਜਾਬੀ ਗੁਰਮੁਖੀ ਨੂੰ ਪਿਆਰ ਕਰਨ ਵਾਲੇ ਨੂੰ, ਕਿਉਂਕਿ ਇਸ ਤੋਂ ਵੱਧ ਇਸ ਦੁਨੀਆ ਵਿੱਚ ਕੁਝ ਨਹੀਂ ਹੋ ਸਕਦੀ ਹੈ। ਕਿਉਂਕਿ एक ओंकार सतनाम करता पुरख निर्भव निर्वैर अकाल मूर्त अजनी साबं गुरु प्रसाद ದೇವರೊಬ್ಬನೇ, ಅವನ ಹೆಸರು ಸತ್ಯ, ಅವನೇ ರಚನಾಕಾರ, ಭಯರಹಿತನಾಥ, ವೈರತ್ವರಹಿತನಾಥ, ಕಾಲರಹಿತನಾಥ, गुरुकृपा कटाक्षनाथ। मैडम इन्ना ही नहीं, गुरु गोबिंद सिंह महाराज दी जो जफरनामा है वो भी कन्नड़ विच होया, उससे बहुत मैं प्रभावित हाँ। जफरनामा ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਤਾਕਤ ਦੇਖੋ। ਉਸ ਵਕਤ ਦੇ ਤਖਤ ਨੂੰ ਹਿਲਾਇਆ ਸੀ ਉਹ ਜਫਰਨਾਮਾ। ਉਹ ਵੀ ਫਾਰਸੀ ਭਾਸ਼ਾ 'ਚ ਗੁਰੂ ਮਹਾਰਾਜ ਲਿਖਦੇ ਨੇ, कमाले करामात कायम करीम, रजा बख्श राजिक रिहा कौन रहीम, अमा बख्श बख्शिंद ओ दस्तगीर, खता बख्श रोजी दियो दिल फजीर, न साजो न बाजो न फौजो न फरस, खुदाबंद बख्शिंद ऐसो अरस, हमु मरद बायद शब्द शुकनवर, ना सिखमे दिगर दर दहाने दिगर, चिहासुद के चुंग बेचुंग पेच दे चार पेच दे मार। कमाल है। इसलिए गुरु गोबिंद सिंह महाराज की कलम, गुरु गोबिंद सिंह महाराज की उस सोच ਨੂੰ ਲੈ ਕੇ ਮੈਂ ਤੁਰਦਾ ਹੈ। उस कलम की ताकत ਨੂੰ हर ਥਾਂ ਤੇ ਪਹੁੰਚਾਉਣ ਲਈ ਮੈਂ ਕੋਸ਼ਿਸ਼ ਕਰ ਰਿਹਾ, ਜੋ ਪੰਜਾਬੀ ਜ਼ਰੂਰਤ ਹੈ ਕਲਮ ਦੀ। ਮੈਂ ਜਦੋਂ ਆਈ ਸੀ ਐਂਟਰੀ ਤੇ ਤਾਂ ਇੱਥੇ ਕੁਝ ਬੁੱਕਸ ਪਈਆਂ ਸੀ, ਉਹ ਮੈਨੂੰ ਲੱਗਿਆ ਕਿ ਕੰਨੜ ਭਾਸ਼ਾ ਹੈ, ਤਾਂ ਤੁਸੀਂ ਉਹ ਵੈਰੀਫਾਈ ਵੀ ਕੀਤਾ। ਭਾਈ ਜੈਤਾ ਜੀ ਦੀ ਸਾਖੀ ਕੰਨੜ ਦੇ ਵਿੱਚ ਸੀ। ਜੀ ਮੈਡਮ, ਭਾਈ ਜੈਤਾ ਜੀ ਇਹਨਾਂ ਦਾ ਯੋਗਦਾਨ ਸਭ ਤੋਂ ਵੱਡੀ ਯੋਗਦਾਨ, ਕਿਉਂਕਿ ਉਸ ਵਕਤ ਕਠਿਨ ਸਮੇਂ ਦੇ ਵਿੱਚ ਗੁਰੂ ਮਹਾਰਾਜ ਦੀ ਸ਼ੀਸ਼ ਲੈ ਕੇ उस वक्त आनंदपुर साहब तक लेके आना ये मामूली गल नहीं है। इसलिए उन्होंने श्री गुरु कथा लिखे ने, उन्होंने वालों लिखा कि श्री गुरु कथा है, बड़ा कमाल दी है किवें उस वक्त की होया, वो खुद लिखे। वो मैं कन्नड़ ਵਿੱਚ अनुवाद करके छापिया वो किताब मेरा। ਤੁਹਾਡੇ ਪਿੰਡ ਦੇ ਵਿੱਚ ਤੁਸੀਂ ਇਹ ਫਿਰ ਲਿਟਰੇਚਰ ਜਿਹੜਾ ਹੈ ਭੇਜ ਰਹੇ ਹੋ ਉਹਨਾਂ ਦੇ ਪੜਨ ਵਾਸਤੇ? ਪਿੰਡ ਕਿਹੜਾ ਤੁਹਾਡਾ? ਹਾਂ, ਕਰਨਾਟਕਾ ਮੈਡਮ। ਕਰਨਾਟਕ ਦੇ ਵਿੱਚ ਬਿਜਾਪੁਰ ਜ਼ਿਲ੍ਹਾ, ਇੰਡੀ ਤਾਲੁਕ, शिरशाड़ सालुटगी, उत्थे मैं भेजदा है कन्नड़ दे विच। जिथे वो गुरुद्वारा साहब बना है वो मेरा घर दे 20 किलोमीटर दूर है, क्योंकि मनिया जाता है कि गुरु नानक साहब दूजी उदासी के दौरान बीदर पहुंच गए। नानक जीरा, हाँ नानक जीरा, उसी वक्त उसी उत्थे तुर के गए ने। इसलिए उत्थे दे लोग बहुत मनते हैं, उत्थे बाबा नानक मां तो खड़ जाते लोग मनते। तो जब कन्नड़ ਵਿੱਚ अनुवाद होया जपजी साहब, लोग उत्थे ਦੇ लोग खुद पैसे एकजुट करके गुरुद्वारा साहब बनाए ने, लेकिन मेरे घर तो 20 किलोमीटर दूर है। ਤਾਂ ਤੁਸੀਂ ਆਉਣ ਵਾਲੇ ਟਾਈਮ ਦੇ ਵਿੱਚ ਵੀ ਇਦਾਂ ਹੀ ਕੁਝ ਹੋਰ ਗ੍ਰੰਥਾਂ ਨੂੰ ਟਰਾਂਸਲੇਟ ਕਰੋਗੇ? ਬਿਲਕੁਲ ਮੈਡਮ। श्री गुरु ग्रंथ साहिब ਨੂੰ कन्नड़ ਵਿੱਚ अनुवाद करके मेरे कर्नाटक ਦੇ 8 करोड़ ਲੋਕਾਂ ਤੱਕ ਲੈ ਜਾਣਾ ਮੇਰਾ ਜ਼ਿੰਦਗੀ ਦਾ ਮਕਸਦ ਹੈ। ਇਹ ਮੇਰਾ ਜ਼ਿੰਦਗੀ ਦਾ ਆਖਰੀ ਸਫ਼ਰ ਹੈ। ਇਹਦੇ ਲਈ ਤੁਸੀਂ ਕਿਸੇ ਦੀ ਹੈਲਪ ਵੀ ਲੈਂਦੇ ਹੋ? ਕਿਸੇ ਸਿੱਖ ਵਿਦਵਾਨ ਦੀ, SGPC ਦੀ ਪਰਮਿਸ਼ਨ ਵੀ ਲੈਂਦੇ ਹੋ? SGPC ਦੀ ਪਰਮਿਸ਼ਨ ਨਾਲ ਹੀ ਸਭ ਕੁਝ ਹੋਏਗਾ। ਹੁਣ ਤਾਂ ਅਨੁਵਾਦ ਦੀ ਕੰਮ, ਲੇਕਿਨ ਜਦ ਛਵੇਗੀ ਉਹ ਉਹਨਾਂ ਦਾ ਪਰਮਿਸ਼ਨ ਨਾਲ ਹੀ ਹੋਏਗੀ। ਉਹਨਾਂ ਦੀ ਸੰਪਤੀ ਹੋਗੀ, ਉਹਨਾਂ ਨੂੰ ਮੈਂ ਦੇ ਦੇਣਾ, ਉਹ ਛਾਪਣਗੇ, ਉਹ ਵੰਡਣਗੇ। ਪੂਰਾ SGPC ਦੇ ਤਹਿਤ ਹੀ ਕੰਮ ਹੋਏਗੀ। ਪਰ ਜਦ ਅਨੁਵਾਦ ਹੋਏਗੀ ਵੱਖ-ਵੱਖ ਵਿਦਵਾਨ ਦੀ ਚਰਚਾ ਨਾਲ, ग्रंथी नाल बैठ के, जिवें जपजी साहब अनुवाद होया 2 साल तक मैंने ग्रंथी नाल बैठ के एक शब्द लब के मेरे कीती हुई है। मैं कन्नड़ दे विच कमाल दा अनुवाद है। जे हुण गुरु ग्रंथ साहब जद अनुवाद होएगी वही प्रोसेस होएगी, ग्रंथी नाल बैठ के, विद्वान नाल बैठ के, बोथ साइड कन्नड़ा अते पंजाब। घरों किन्नी क वाइफ दी किन्नी सपोर्ट है तुहानू? बहुत ज़्यादा। सी जैम जिवें कहंदे ने ना, वो बहुत प्यार, मतलब वो जानते हैं ये मामूली गल नहीं है। कर्नाटक तो आके पंजाबी सीख के जपजी साहब अनुवाद करना, इस भाषा लिए लड़ना, जो भाषा सिर्फ पंजाबी लोगों की नहीं है, एक गलत धारा बन के बैठे है, ये पंजाबी लोगों की सब दी है मैडम ये, क्योंकि गुरु ग्रंथ साहब की जुबान है जी। उस गुरु ग्रंथ साहब जिस दे विच महाराष्ट्र तो भी गुरबाणी है, उड़ीसा तो भी है, उन्ना दे भाषा दे विच है,
ਪਰ ਹੋਇਆ ਗੁਰਮੁਖੀ ਵਿੱਚ, ਕਹਿਣ ਦਾ ਭਾਵ ਉਹਨਾਂ ਦੀ ਵੀ ਭਾਸ਼ਾ ਹੈ, ਮੈਂ ਦੁਨੀਆ ਉਹਦੀ ਭਾਸ਼ਾ ਹੈ, ਇਸ ਲਈ ਉਹ ਮੰਨਦੇ ਹੈ ਕਿ ਇਹ ਮਾਮੂਲੀ ਗੱਲ ਨਹੀਂ ਹੋ ਰਿਹਾ। ਉਹ ਮੇਰੇ ਨਾਲ ਨੇ, ਮੇਰੇ ਘਰ ਦੇ, ਮੇਰੇ ਬੇਟੀ ਖੀਵੀ, ਉਹਨਾਂ ਦਾ ਖੀਵੀ ਰੱਖਿਆ, ਸਾਰੇ ਪਰਿਵਾਰ ਮੇਰੇ ਨਾਲ ਹੈ। ਮੇਰੇ ਕਰਨਾਟਕ ਦੇ ਲੋਕ ਵੀ ਮੇਰੇ ਨਾਲ ਨੇ, ਮੇਰੇ ਦੋਸਤ ਜਿੰਨੇ ਵੀ, ਉਹ ਵੀ ਫੋਨ ਕਰਕੇ ਕਹਿੰਦੇ ਨੇ ਜਿਹੜੀ ਤੁਸੀਂ ਸਰ ਤੇ ਰੱਖਿਆ ਹੈ ਗੁਰਮੁਖੀ ਪੰਜਾਬੀ, ਉਸਨੂੰ ਥੱਲੇ ਨਹੀਂ ਰੱਖਣਾ ਹੈ। ਉਹ ਮੇਰਾ ਦੋਸਤ ਕਹਿੰਦੇ ਨੇ, ਕਹਿਣ ਦਾ ਭਾਵ ਹੈ ਉਹਨਾਂ ਨੂੰ ਮਾਣ ਮਹਿਸੂਸ ਕਰਦੇ ਹੋ ਕਿ ਭਾਸ਼ਾ ਹੀ ਇੰਨੀ ਕਮਾਲ ਹੈ ਪੰਜਾਬੀ ਭਾਸ਼ਾ। ਇੱਕ ਮੇਰਾ ਦੋਸਤ ਹੋਇਆ, ਉਹ ਕਿਹਾ ਮੈਨੂੰ ਕਿ ਪੰਜਾਬੀ ਸਿੱਖਿਆ ਤੁਸੀਂ? ਪੰਜਾਬੀ ਸਿਰਫ ਪੰਜਾਬੀ ਲੋਕਾਂ ਦੀ ਨਹੀਂ, ਉਹ ਪਾਕਿਸਤਾਨ ਦੀ ਵੀ ਹੈ, ਮਤਲਬ ਪਾਕਿਸਤਾਨ ਦੇ ਵਿੱਚ ਵੀ ਪੰਜਾਬੀ ਨਾ, ਹਾਂ ਇਹ ਪੰਜਾਬੀ ਸਿਰਫ ਇਹ ਪਾਕਿਸਤਾਨ ਨਹੀਂ, ਅਮਰੀਕਾ ਦੇ ਵਿੱਚ ਬੈਠਾ ਹਰ ਥਾਂ ਤੇ ਪੰਜਾਬੀ ਲੋਕ, ਇਸ ਲਈ ਤੁਸੀਂ ਪੰਜਾਬੀ ਕੰਮ ਕਰਦੇ ਹੋ, ਕਰਦੇ ਰਹਿਣਾ ਹੈ। ਕਹਿਣ ਦਾ ਭਾਵੇਂ ਸਾਰੇ ਮੈਨੂੰ ਪਿਆਰ ਕਰਦੇ ਨੇ, ਪੰਜਾਬੀ ਲੋਕ ਵੀ। ਮੈਡਮ ਮੈਂ ਤੁਹਾਨੂੰ ਦੱਸ ਦੇਣਾ, ਜਦ ਇਹ ਪੰਜਾਬੀ ਪੈਂਤੀ ਮੈਂ ਸਰ ਤੇ ਰੱਖ ਕੇ ਘੁੰਮਦਾ ਹੈ ਨਾ, ਪੰਜਾਬੀ ਲੋਕ ਆ ਕੇ ਮੈਨੂੰ ਗਲਵਕੜ ਵਿੱਚ ਲੈ ਕੇ ਮੈਨੂੰ ਕਹਿੰਦੇ ਨੇ ਕੰਨ ਦੇ ਵਿੱਚ, ਤੁਸੀਂ ਜਿਹੜੇ ਮੇਰੀ ਮਾਮੂਲੀ ਨੂੰ ਰੱਖਿਆ, ਉਹਨਾਂ ਦਾ ਅੱਖਾਂ ਵਿੱਚ ਹੰਝੂ ਵੇਖਿਆ ਮੈਡਮ, ਮੈਂ ਬਹੁਤ ਲੋਕ ਰੋਇਆ ਮੇਰੇ ਸਾਹਮਣੇ। ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਚਿੰਤਾ ਨਾ ਕਰੋ, ਮੇਰਾ ਸਰ ਤੇ ਰਹੇਗੀ। ਕਹਿਣ ਦਾ ਭਾਵੇਂ ਸਾਰੇ ਮੈਨੂੰ ਪਿਆਰ ਕਰਦੇ। ਜੀ ਬਹੁਤ ਬਹੁਤ ਸ਼ੁਕਰੀਆ ਸਰ, ਤੁਸੀਂ ਸਮਾਂ ਦਿੱਤਾ ਸਾਨੂੰ, ਧੰਨਵਾਦ। ਸ਼ੁਕਰੀਆ, ਮਿਹਰਬਾਨੀ।